136 ਮਿਲੀਅਨ ਲੋਕ ਜਿਹੜੇ ਬਿਲਕੁਲ ਬਾਰਡਰ ਲਾਈਨ ਤੇ ਬੈਠੇ ਨੇ। ਜਦੋਂ ਉਹਨਾਂ ਦਾ ਜੀਵਨ ਹੈ ਜਿਹੜਾ ਆਲਸ ਭਰਪੂਰ ਰਹੇਗਾ, ਫੈਟੀ ਚੀਜ਼ਾਂ ਆਇਲੀ ਚੀਜ਼ਾਂ ਵੱਧ ਖਾ ਰਹੇ ਨੇ, ਜਿਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਜਿਨ੍ਹਾਂ ਚੀਜ਼ਾਂ ਦੀ ਜ਼ਿਆਦਾ ਹੈਗੀ ਆ, ਸ਼ੂਗਰ ਲੈਵਲ ਜਿਨ੍ਹਾਂ ਚੀਜ਼ਾਂ ਜ਼ਿਆਦਾ ਆ ਉਹ ਖਾ ਰਹੇ ਨੇ, ਤਾਂ ਅੱਜ ਰਾਤ ਨੂੰ ਉਹ ਖਾ ਕੇ ਸੌਣਗੇ ਤਾਂ ਸਵੇਰ ਨੂੰ ਸ਼ੂਗਰ ਚੈੱਕ ਕਰਾਉਣਗੇ ਤਾਂ ਉਹ ਆਟੋਮੈਟਿਕਲੀ ਉਹਨਾਂ ਦੀ ਜਿਹੜੀ ਸ਼ੂਗਰ ਹੈਗੀ ਉਹ ਜੰਪ ਕੀਤੀ ਹੋਏਗੀ। ਕਾਰਨ ਹੈਗਾ ਸ਼ੂਗਰ ਹੋਣ ਦੇ। ਨਾਰਮਲੀ ਜਿਹੜੇ ਲੋਕ ਜ਼ਿਆਦਾ ਚਿੰਤਾਗ੍ਰਸਤ ਰਹਿੰਦੇ ਨੇ, ਸਟ੍ਰੈਸ ਲੈਵਲ ਜਿਨ੍ਹਾਂ ਦਾ ਬਹੁਤ ਜ਼ਿਆਦਾ ਹੈ। ਦੇਖੋ ਇੱਕ ਟੈਨਸ਼ਨ ਹੁੰਦੀ ਹੈ, ਉਹ ਟੈਨਸ਼ਨ ਕਈ ਵਾਰੀ ਹੈਲਦੀ ਟੈਨਸ਼ਨ ਵੀ ਹੋ ਸਕਦੀ ਹੈ ਨਾ, ਵੀ ਮੈਂ ਘਰ ਬਣਾਉਣਾ, ਮੈਂ ਕਾਰ ਲੈਣੀ ਆ, ਮੈਂ ਬਿਜ਼ਨਸ ਡਿਵੈਲਪ ਕਰਨਾ, ਮੈਂ ਪੜ੍ਹਾਈ 'ਚ ਨੰਬਰ 1 ਆਉਣਾ, ਲੇਕਿਨ ਇੱਕ ਸਟ੍ਰੈਸ ਹੁੰਦੀ ਹੈ। ਜਦੋਂ ਸਟ੍ਰੈਸ ਲੈਵਲ ਤੁਹਾਡੇ ਵਧਣਾ ਹੈਗਾ, ਦਿਮਾਗ ਤੇ ਪ੍ਰੈਸ਼ਰ ਪੈ ਗਿਆ ਸਟ੍ਰੈਸ ਦਾ, ਉਹਨੇ ਕਿਡਨੀ ਤੇ ਇਫੈਕਟ ਪਾਉਣਾ। ਔਰ ਕਿਡਨੀ ਜਿਹੜੀ ਹੈਗੀ ਉਹਨੇ ਇੱਕ ਹਾਰਮੋਨਸ ਜਿਹੜੇ ਹੈਗੇ ਨਾ, ਉਹਨੇ ਹਾਰਮੋਨ ਇੱਕ ਰਿਲੀਜ਼ ਕਰਨਾ, ਕੋਰਟੀਸੋਲ। ਉਹ ਜਦੋਂ ਵਧੇਗਾ ਉਸ ਹਾਰਮੋਨ ਨੇ ਤੁਹਾਡੇ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਵਧਾ ਦੇਣਾ। ਜਦੋਂ ਲੈਵਲ ਵੱਧ ਗਿਆ ਤਾਂ ਤੁਸੀਂ ਪ੍ਰੀ ਡਾਇਬਟਿਕ ਤੋਂ ਤੁਸੀਂ ਰਾਤ ਤੁਸੀਂ ਡਾਇਬਟਿਕ ਹੋ ਸਕਦੇ ਹੋ। ਲੱਛਣ ਦੇਖੋ ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਵੀ ਜਦੋਂ ਵੀ ਕੋਈ ਬੰਦਾ ਜਿਹੜਾ ਹੈਗਾ ਆ ਉਹਨੂੰ ਲੋੜ ਤੋਂ ਵੱਧ ਥਕਾਵਟ ਮਹਿਸੂਸ ਹੁੰਦੀ ਹੈ, ਲੋੜ ਤੋਂ ਜ਼ਿਆਦਾ ਮਾੜਾ ਜਿਹਾ ਕੰਮ ਕੀਤਾ ਥਕਾਵਟ ਆ, ਉਸ ਬੰਦੇ ਨੂੰ ਵਾਰ-ਵਾਰ ਪਿਆਸ ਲੱਗਦੀ ਹੈ, ਮੂੰਹ ਸੁੱਕਣਾ ਸ਼ੁਰੂ ਹੋ ਜਾਂਦਾ ਉਹਦਾ, ਥੋੜੇ ਚਿਰ ਬਾਅਦ ਇੱਦਾਂ ਹੁੰਦੀ ਵੀ ਮੈਂ ਪਾਣੀ ਪੀਵਾਂ, ਉਹਨੂੰ ਥੋੜੇ ਚਿਰ ਬਾਅਦ ਭੁੱਖ ਲੱਗਦੀ ਹੈ, ਬੰਦਾ ਬਾਰ-ਬਾਰ ਟੋਲਦਾ ਵੀ ਮੈਂ ਕੁਝ ਖਾਵਾਂ, ਖੂਹ ਪੈਣੀ ਸ਼ੁਰੂ ਹੋ ਜਾਂਦੀ ਹੈ। ਉਹ ਬੰਦਾ ਜਿਹੜਾ ਹੈਗਾ ਉਹਨੂੰ ਧੁੰਦਲਾਪਨ ਅੱਖਾਂ ਦੇ ਵਿੱਚ ਆਉਣਾ, ਮਤਲਬ ਨਜ਼ਰ ਜਿਹੜੀ ਹੈਗੀ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਹੌਲੀ-ਹੌਲੀ ਮਹਿਸੂਸ ਹੁੰਦਾ ਹੈਗਾ ਉਹਦੀ ਸੈਕਸੁਅਲ ਪਾਵਰ ਜਿਹੜੀ ਹੈਗੀ ਆ ਜੈਂਟਸ ਦੀ ਉਹ ਘਟਣੀ ਸ਼ੁਰੂ ਹੋ ਗਈ। ਕੁਦਰਤ ਜਿਹੜੀ ਹੈਗੀ ਇੱਕ ਸੰਕੇਤ ਦੇ ਰਹੀ ਆ ਵੀ ਜਿਹੜਾ ਬੰਦਾ ਬਿਮਾਰ ਆ, ਠੀਕ ਹੈ, ਜੇ ਆਪਾਂ ਕੋਈ ਚੀਜ਼ ਨਵੀਂ ਪੈਦਾ ਕਰਨੀ ਹੈਗੀ ਆ ਤਾਂ ਕੁਦਰਤ ਚਾਹੁੰਦੀ ਉਹ ਤੰਦਰੁਸਤ ਪੈਦਾ ਹੋਵੇ। ਜੇ ਇੱਕ ਬਿਮਾਰ ਬੰਦਾ ਜਿਹੜਾ ਹੈਗਾ ਆ ਉਹ ਬੱਚਾ ਪੈਦਾ ਕਰੇਗਾ ਤਾਂ ਉਹ ਵੀ ਬਿਮਾਰ ਹੀ ਪੈਦਾ ਕਰੇਗਾ। ਤਾਂ ਕੁਦਰਤ ਚਾਹੁੰਦੀ ਆ ਵੀ ਬੱਚਾ ਬਿਮਾਰ ਨਾ ਹੋਵੇ, ਵੀ ਸੈਕਸੁਅਲ ਵੀਕਨੈਸ ਆ, ਇਹ ਬੰਦਾ ਜਿਹੜਾ ਹੈਗਾ ਪਹਿਲਾਂ ਆਪਣੀ ਸ਼ੂਗਰ ਠੀਕ ਕਰੇ, ਫਿਰ ਇਹ ਗਾਹਾਂ ਜਿਹੜੀ ਜਨਰੇਸ਼ਨ ਆ ਉਹਨੂੰ ਵਧਾਉਣਾ ਸ਼ੁਰੂ ਕਰੇ। ਔਰ ਜਦੋਂ ਆਪਾਂ ਦੇਖਦੇ ਹੈਗੇ ਆ ਵੀ ਸਾਡਾ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ 5.5 ਤੋਂ 6.5 ਤੱਕ ਆ, ਤਾਂ ਤੁਸੀਂ ਬਾਰਡਰ ਲਾਈਨ ਤੇ ਹੋ, ਤੁਸੀਂ ਪ੍ਰੀ ਡਾਇਬਟਿਕ ਹੋ। ਜਦੋਂ ਇਹ 6.5 ਤੋਂ ਅਸੀਂ ਟੱਪ ਜਾਂਦੇ ਆ, ਜਦੋਂ ਟੱਪ ਜਾਂਦੇ ਆ ਉਸ ਵੇਲੇ ਆਪਾਂ ਕਹਿੰਦੇ ਆ ਵੀ ਤੁਸੀਂ ਡਾਇਬਟਿਕ ਹੋ ਗਏ। ਗਲੂਕੋਜ਼ ਸਾਡੇ ਸਰੀਰ ਨੂੰ ਊਰਜਾ ਦਿੰਦਾ, એનર્ਜੀ ਦਿੰਦਾ। ਜਿਹੜਾ ਪੈਂਕਰੀਆਸ ਆ, ਅਗਨਾਸ਼ਯ ਜਿਹੜਾ ਹੈਗਾ ਆ, ਇਹਦੇ ਵਿੱਚੋਂ ਜਿਹੜਾ ਹਾਰਮੋਨ ਰਿਲੀਜ਼ ਹੁੰਦਾ ਜਿਹਨੂੰ ਆਪਾਂ ਇਨਸੂਲਿਨ ਕਹਿੰਦੇ ਆ, ਆਪਾਂ ਇਹਨੂੰ ਲੌਕ ਔਰ ਕੀ ਦੇ ਵਾਂਗ ਦੇਖਾਂਗੇ। ਜਿਹੜਾ ਗਲੂਕੋਜ਼ ਆ ਇੱਕ ਲੌਕ ਆ, ਜਿਹੜੀ ਇਨਸੂਲਿਨ ਆ ਇਹ ਜਿਹੜੀ ਹੈਗੀ ਆ ਕੀ ਆ। ਜਦੋਂ ਇਹ ਜਾਂਦੀ ਆ ਤਾਂ ਲੌਕ ਖੋਲ ਦਿੰਦੀ ਆ ਔਰ ਉਹ ਜਿਹੜਾ ਗਲੂਕੋਜ਼ ਆ ਉਹਦੇ ਵਿੱਚੋਂ ਫਿਰ એનર્ਜੀ ਨਿਕਲਦੀ ਆ। ਉਹ એનર્ਜੀ ਜਿਹੜੀ ਹੈਗੀ ਆ ਸਾਡੇ ਸਰੀਰ ਦੇ ਜਿਹੜੇ ਕਰੋੜਾਂ ਹੀ ਸੈੱਲ ਆ ਉਹਨਾਂ ਸੈੱਲਾਂ ਨੂੰ ਜਾ ਕੇ એનર્ਜੀ ਦਿੰਦੀ, ਊਰਜਾ ਦਿੰਦੀ ਆ, ਔਰ ਸਾਡਾ ਸਰੀਰ ਤੰਦਰੁਸਤ ਰਹਿੰਦਾ, ਅਸੀਂ ਬਿਮਾਰੀਆਂ ਤੋਂ ਬਚਦੇ ਹਾਂ। ਵੀ ਆਪਾਂ ਆਪਣੇ ਪੈਂਕਰੀਆਸ ਨੂੰ ਰੀਸਟਾਰਟ ਕਰਨਾ, ਉਹਨੂੰ ਇੱਕ ਵਾਰ ਫਿਰ ਤੋਂ ਆਪਾਂ ਤੰਦਰੁਸਤ ਕਰਨਾ, ਉਹਦੀ ਕਲੀਨਿੰਗ ਕਰਨੀ ਆ। ਤਾਂ ਸਰ ਤੁਸੀਂ ਅੱਧਾ ਲੀਟਰ ਨਿੰਬੂਆਂ ਦਾ ਰਸ ਲੈ ਲੈਣਾ, ਨਿੰਬੂ ਦੇ ਰਸ ਅੱਧਾ ਲੀਟਰ ਲੈ ਲਿਆ, ਉਹਨੂੰ ਕਿਸੇ ਕੱਚ ਦੇ ਭਾਂਡੇ 'ਚ ਪਾ ਕੇ ਰੱਖ ਲਿਆ, ਉਹਦੇ ਵਿੱਚ ਦੋ ਦੇਸੀ ਆਂਡੇ ਉਹ ਸਾਫ਼ ਤੇ ਉਹਦੇ ਵਿੱਚ ਸੁੱਟ ਦੇਣੇ, ਉਹਨੂੰ ਕਿਸੇ ਕੱਪੜੇ ਦੇ ਨਾਲ ਢੱਕ ਕੇ ਛਾਵੇਂ ਰੱਖ ਦਿਓ। ਉਹਨੂੰ 15 ਦਿਨ ਬਾਅਦ ਉਹਨੂੰ ਰੋਜ਼ ਦਾ ਹਿਲਾਉਂਦੇ ਰਹਿਣਾ। 15 ਦਿਨ ਬਾਅਦ ਕੱਪੜਾ ਖੋਲੋ, ਉਹਦੇ ਚਮਚਾ ਘੁਮਾਓ ਚੰਗੀ ਤਰ੍ਹਾਂ ਔਰ ਉਹਨੂੰ ਛਾਣ ਲਓ। ਛਾਣ ਕੇ ਉਹਦੇ 2-2 ਚਮਚ ਸਵੇਰੇ ਸ਼ਾਮ ਖਾਲੀ ਪੇਟ ਪੀਣਾ ਸ਼ੁਰੂ ਕਰੋ। ਤੁਹਾਡਾ ਜਿਹੜਾ ਪੈਂਕਰੀਆਸ ਹੈ ਉਹ ਰੀਸਟਾਰਟ ਹੋਣਾ ਸ਼ੁਰੂ ਹੋ ਜਾਏ। ਰਾਤੋਂ ਰਾਤ ਵੀ ਸ਼ੂਗਰ ਹੋ ਸਕਦੀ ਹੈ ਕਿਸੇ ਨੂੰ? ਸਰ ਜਿਹੜੇ ਲੋਕ ਪ੍ਰੀ ਡਾਇਬਟਿਕ ਨੇ, 136 ਮਿਲੀਅਨ ਲੋਕ ਜਿਹੜੇ ਬਿਲਕੁਲ ਬਾਰਡਰ ਲਾਈਨ ਤੇ ਬੈਠੇ ਨੇ, ਜਦੋਂ ਉਹਨਾਂ ਦਾ ਜੀਵਨ ਹੈ ਜਿਹੜਾ ਆਲਸ ਭਰਪੂਰ ਰਹੇਗਾ, ਫੈਟੀ ਚੀਜ਼ਾਂ ਆਇਲੀ ਚੀਜ਼ਾਂ ਵੱਧ ਖਾ ਰਹੇ ਨੇ, ਜਿਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਜਿਨ੍ਹਾਂ ਚੀਜ਼ਾਂ ਦੀ ਜ਼ਿਆਦਾ ਹੈਗੀ ਆ, ਸ਼ੂਗਰ ਲੈਵਲ ਜਿਨ੍ਹਾਂ ਚੀਜ਼ਾਂ ਜ਼ਿਆਦਾ ਆ ਉਹ ਖਾ ਰਹੇ ਨੇ, ਤਾਂ ਅੱਜ ਰਾਤ ਨੂੰ ਉਹ ਖਾ ਕੇ ਸੌਣਗੇ ਤਾਂ ਸਵੇਰ ਨੂੰ ਸ਼ੂਗਰ ਚੈੱਕ ਕਰਾਉਣਗੇ ਤਾਂ ਉਹ ਆਟੋਮੈਟਿਕਲੀ ਉਹਨਾਂ ਦੀ ਜਿਹੜੀ ਸ਼ੂਗਰ ਹੈਗੀ ਉਹ ਜੰਪ ਕੀਤੀ ਹੋਏਗੀ, ਹੈ ਨਾ। ਕਿਉਂਕਿ ਇਹਦੇ ਵਿੱਚ ਜਿਹੜੇ ਕਾਰਨ ਹੈਗੇ ਆ ਸ਼ੂਗਰ ਹੋਣ ਦੇ। ਨਾਰਮਲੀ ਜਿਹੜੇ ਲੋਕ ਜ਼ਿਆਦਾ ਚਿੰਤਾਗ੍ਰਸਤ ਰਹਿੰਦੇ ਨੇ, ਸਟ੍ਰੈਸ ਲੈਵਲ ਜਿਨ੍ਹਾਂ ਦਾ ਬਹੁਤ ਜ਼ਿਆਦਾ ਆ। ਦੇਖੋ ਇੱਕ ਟੈਨਸ਼ਨ ਹੁੰਦੀ ਹੈ, ਉਹ ਟੈਨਸ਼ਨ ਕਈ ਵਾਰੀ ਹੈਲਦੀ ਟੈਨਸ਼ਨ ਵੀ ਹੋ ਸਕਦੀ ਹੈ ਨਾ, ਵੀ ਮੈਂ ਘਰ ਬਣਾਉਣਾ, ਮੈਂ ਕਾਰ ਲੈਣੀ ਆ, ਮੈਂ ਬਿਜ਼ਨਸ ਡਿਵੈਲਪ ਕਰਨਾ, ਮੈਂ ਪੜ੍ਹਾਈ 'ਚ ਨੰਬਰ 1 ਆਉਣਾ, ਲੇਕਿਨ ਇੱਕ ਸਟ੍ਰੈਸ ਹੁੰਦੀ ਹੈ। ਜਦੋਂ ਸਟ੍ਰੈਸ ਲੈਵਲ ਤੁਹਾਡੇ ਵਧਣਾ ਹੈਗਾ, ਦਿਮਾਗ ਤੇ ਪ੍ਰੈਸ਼ਰ ਪੈ ਗਿਆ ਸਟ੍ਰੈਸ ਦਾ, ਉਹਨੇ ਕਿਡਨੀ ਤੇ ਇਫੈਕਟ ਪਾਉਣਾ। ਔਰ ਕਿਡਨੀ ਜਿਹੜੀ ਹੈਗੀ ਉਹਨੇ ਇੱਕ ਹਾਰਮੋਨਸ ਜਿਹੜੇ ਹੈਗੇ ਨਾ, ਉਹਨੇ ਹਾਰਮੋਨ ਇੱਕ ਰਿਲੀਜ਼ ਕਰਨਾ, ਕੋਰਟੀਸੋਲ।
ਓਕੇ ਉਹ ਜਦੋਂ ਵਧੇਗਾ ਉਸ ਹਾਰਮੋਨ ਨੇ ਤੁਹਾਡੇ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਵਧਾ ਦੇਣਾ। ਜਦੋਂ ਲੈਵਲ ਵੱਧ ਗਿਆ ਤਾਂ ਤੁਸੀਂ ਪ੍ਰੀ ਡਾਇਬਟਿਕ ਤੋਂ ਤੁਸੀਂ ਰਾਤੋਂ ਰਾਤ ਤੁਸੀਂ ਡਾਇਬਟਿਕ ਹੋ ਸਕਦੇ ਹੋ, ਹੈ ਨਾ। ਉਹ ਹਾਰਮੋਨ ਨੇ ਹੀ ਕੰਮ ਕਰ ਦੇਣਾ। ਅੱਛਾ ਡਾਕਟਰ ਸਾਹਿਬ, ਜਿਹੜੇ ਆਪਾਂ ਮੰਨ ਲਈਏ ਕਿ ਜਿਹੜੇ ਪ੍ਰੀ ਡਾਇਬਟਿਕ ਸਟੇਜ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਵੀ ਕੋਈ ਸਰੀਰ ਸੰਕੇਤ ਦਿੰਦਾ ਹੈ ਜਾਂ ਉਹ ਇੱਕ ਰਾਤ ਦੇ ਵਿੱਚ ਹੀ ਹੋ ਜਾਂਦਾ ਹੈ ਜਿਹੜਾ ਸਾਰਾ ਸਿਸਟਮ ਤੁਸੀਂ ਕਹਿ ਰਹੇ ਹੋ? ਉਸ ਤੋਂ ਪਹਿਲਾਂ ਕੁਝ ਸਿੰਪਟਮ ਹੁੰਦੇ ਨੇ ਸ਼ੂਗਰ ਹੋਣ ਤੋਂ ਪਹਿਲਾਂ? ਬਿਲਕੁਲ ਸਰ, ਲੱਛਣ ਹਰ ਬਿਮਾਰੀ ਦੇ ਹੁੰਦੇ ਨੇ, ਲੇਕਿਨ ਅਸੀਂ ਕਈ ਵਾਰੀ ਇਗਨੋਰ ਕਰ ਜਾਂਦੇ ਹਾਂ, ਕਈ ਵਾਰੀ ਸਾਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਹੈਗਾ। ਲੱਛਣ ਦੇਖੋ, ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਵੀ ਜਦੋਂ ਵੀ ਕੋਈ ਬੰਦਾ ਜਿਹੜਾ ਹੈਗਾ ਆ ਉਹਨੂੰ ਲੋੜ ਤੋਂ ਵੱਧ ਥਕਾਵਟ ਮਹਿਸੂਸ ਹੁੰਦੀ ਹੈ, ਲੋੜ ਤੋਂ ਜ਼ਿਆਦਾ ਮਾੜਾ ਜਿਹਾ ਕੰਮ ਕੀਤਾ ਥਕਾਵਟ ਆ, ਉਸ ਬੰਦੇ ਨੂੰ ਵਾਰ-ਵਾਰ ਪਿਆਸ ਲੱਗਦੀ ਹੈ, ਮੂੰਹ ਸੁੱਕਣਾ ਸ਼ੁਰੂ ਹੋ ਜਾਂਦਾ ਉਹਦਾ, ਥੋੜੇ ਚਿਰ ਬਾਅਦ ਇੱਦਾਂ ਹੁੰਦੀ ਕਿ ਮੈਂ ਪਾਣੀ ਪੀਵਾਂ, ਉਹਨੂੰ ਥੋੜੇ ਚਿਰ ਬਾਅਦ ਭੁੱਖ ਲੱਗਦੀ ਹੈ, ਬੰਦਾ ਬਾਰ-ਬਾਰ ਟੋਲਦਾ ਵੀ ਮੈਂ ਕੁਝ ਖਾਵਾਂ, ਖੋਹ ਪੈਣੀ ਸ਼ੁਰੂ ਹੋ ਜਾਂਦੀ ਹੈ। ਉਹ ਬੰਦਾ ਜਿਹੜਾ ਹੈਗਾ ਉਹਨੂੰ ਧੁੰਦਲਾਪਨ ਅੱਖਾਂ ਦੇ ਵਿੱਚ ਆਉਣਾ, ਮਤਲਬ ਨਜ਼ਰ ਜਿਹੜੀ ਹੈਗੀ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਹੌਲੀ-ਹੌਲੀ ਮਹਿਸੂਸ ਹੁੰਦਾ ਹੈਗਾ ਕਿ ਉਹਦੀ ਸੈਕਸੁਅਲ ਪਾਵਰ ਜਿਹੜੀ ਹੈਗੀ ਆ ਜੈਂਟਸ ਦੀ ਉਹ ਘਟਣੀ ਸ਼ੁਰੂ ਹੋ ਗਈ ਹੈ। ਕੀ ਕਾਰਨ ਹੁੰਦੇ? ਦੇਖੋ, ਮੈਂ ਤਾਂ ਇਹ ਸਮਝਦਾ ਵੀ ਕੁਦਰਤ ਜਿਹੜੀ ਹੈਗੀ ਇੱਕ ਸੰਕੇਤ ਦੇ ਰਹੀ ਆ ਵੀ ਜਿਹੜਾ ਬੰਦਾ ਬਿਮਾਰ ਆ, ਠੀਕ ਹੈ, ਜੇ ਆਪਾਂ ਕੋਈ ਚੀਜ਼ ਨਵੀਂ ਪੈਦਾ ਕਰਨੀ ਹੈਗੀ ਆ ਤਾਂ ਕੁਦਰਤ ਚਾਹੁੰਦੀ ਉਹ ਤੰਦਰੁਸਤ ਪੈਦਾ ਹੋਵੇ। ਜੇ ਇੱਕ ਬਿਮਾਰ ਬੰਦਾ ਜਿਹੜਾ ਹੈਗਾ ਆ ਉਹ ਬੱਚਾ ਪੈਦਾ ਕਰੇਗਾ ਤਾਂ ਉਹ ਵੀ ਬਿਮਾਰ ਹੀ ਪੈਦਾ ਕਰੇਗਾ। ਤਾਂ ਕੁਦਰਤ ਚਾਹੁੰਦੀ ਆ ਵੀ ਬੱਚਾ ਬਿਮਾਰ ਨਾ ਹੋਵੇ, ਵੀ ਸੈਕਸੁਅਲ ਵੀਕਨੈਸ ਆ, ਇਹ ਬੰਦਾ ਜਿਹੜਾ ਹੈਗਾ ਪਹਿਲਾਂ ਆਪਣੀ ਸ਼ੂਗਰ ਠੀਕ ਕਰੇ, ਫਿਰ ਇਹ ਗਾਹਾਂ ਜਿਹੜੀ ਜਨਰੇਸ਼ਨ ਆ ਉਹਨੂੰ ਵਧਾਉਣਾ ਸ਼ੁਰੂ ਕਰੇ। ਮੈਂ ਸਮਝਦਾ ਕੁਦਰਤ ਦਾ ਸੰਕੇਤ ਹੈ ਇਹ। ਬਾਕੀ ਤੁਹਾਡਾ ਜਿਹੜਾ ਤੁਸੀਂ ਪਿਸ਼ਾਬ ਕਰਦੇ ਹੋ, ਦੇਖੋ ਸ਼ੂਗਰ ਜਿਹੜੀ ਹੈਗੀ ਆ ਮਧੂਮੇਹ ਦੇ ਕਈ ਨਾਂ ਹਨ, ਸ਼ੱਕਰ ਰੋਗ ਵੀ ਕਹਿੰਦੇ ਆ। ਸ਼ੱਕਰ ਰੋਗ ਹੈਗਾ ਵਾ ਜਦੋਂ ਤੁਹਾਡੇ ਸਰੀਰ ਦੇ ਵਿੱਚ, ਤੁਹਾਡੇ ਖੂਨ ਦੇ ਵਿੱਚ ਮਿੱਠਾ ਵੱਧ ਗਿਆ, ਸ਼ੱਕਰ ਰੋਗ ਹੋ ਗਿਆ। ਮਧੂਮੇਹ ਵੀ ਇਹਨੂੰ ਕਹਿੰਦੇ ਹੈਗੇ ਆ। ਮਧੂ ਔਰ ਮੇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ। ਮਧੂ ਇਹਨੂੰ ਆਪਾਂ ਸ਼ਹਿਦ ਕਹਿ ਸਕਦੇ ਹਾਂ, ਤੇ ਮੇਹ ਜਿਹੜਾ ਹੈਗਾ ਉਹ ਪਿਸ਼ਾਬ ਹੁੰਦਾ। ਜਦੋਂ ਤੁਹਾਡਾ ਪਿਸ਼ਾਬ ਸ਼ਹਿਦ ਵਾਂਗ ਹੋਣਾ ਸ਼ੁਰੂ ਹੋ ਜਾਵੇ, ਸ਼ਹਿਦ ਵਰਗਾ ਜਾਣੀ ਥੋੜਾ ਜਿਹਾ ਗੰਧਲਾ, ਥੋੜਾ ਜਿਹਾ ਗਾੜਾ ਪੀਲਾਪਨ ਆਉਣਾ ਸ਼ੁਰੂ ਹੋ ਜਾਵੇ ਉਹਦੇ ਵਿੱਚ, ਤਾਂ ਤੁਹਾਨੂੰ ਸ਼ੂਗਰ ਉਹਦੀ ਸ਼ੁਰੂਆਤ ਹੋ ਚੁੱਕੀ ਆ। ਔਰ ਤੁਸੀਂ ਪਿਸ਼ਾਬ ਕਰਦੇ ਹੋ, ਤੁਹਾਡੇ ਪਿਸ਼ਾਬ ਦੇ ਨੇੜੇ ਤੇੜੇ ਕੀੜੀਆਂ, ਕਾਂਡੇ ਜਿਹੜੇ ਹੈਗੇ ਆ, ਮਿੱਠਾ ਆਉਣਾ ਸ਼ੁਰੂ ਹੋ ਜਾਂਦਾ ਨਾ ਪਿਸ਼ਾਬ ਰਾਹੀਂ, ਉਹ ਇਕੱਠੇ ਹੋਣੇ ਸ਼ੁਰੂ ਹੋ ਜਾਣ ਤਾਂ ਉਹ ਸਮਝ ਲਓ ਵੀ ਤੁਹਾਨੂੰ ਸ਼ੂਗਰ ਜਿਹੜੀ ਹੈਗੀ ਉਹ ਹੋ ਰਹੀ ਆ। ਸੋ ਇਸ ਤਰ੍ਹਾਂ ਦੇ ਲੱਛਣ ਸਾਡੇ ਸਰੀਰ ਦੇ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ। ਅੱਛਾ, ਇੱਕ ਗੱਲ ਹੋਰ ਦੱਸੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲਾਈਫ ਸਟਾਈਲ ਡਿਸਆਰਡਰ ਹੈਗਾ, ਅਸੀਂ ਬਗੈਰ ਦਵਾਈਆਂ ਤੋਂ, ਬਗੈਰ ਟੈਸਟਾਂ ਤੋਂ ਆਪਣੀ ਸ਼ੂਗਰ ਠੀਕ ਕਰ ਸਕਦੇ ਹਾਂ ਜਾਂ ਸ਼ੂਗਰ ਠੀਕ ਰੱਖ ਸਕਦੇ ਹਾਂ? ਬਿਲਕੁਲ ਰੱਖ ਸਕਦੇ ਹਾਂ ਜੀ। ਦੇਖੋ, ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਜਿਹੜੀ ਸ਼ੂਗਰ ਹੈ, ਆਪਾਂ ਦੇਖਣਾ ਇਹ ਹੁੰਦਾ ਹੈ ਵੀ ਸ਼ੂਗਰ ਹੈਗੀ ਕਿਹਨੂੰ ਆ, ਕਿੰਨੀ ਸ਼ੂਗਰ ਹੋਣੀ ਚਾਹੀਦੀ ਹੈ। ਦੇਖੋ, ਆਪਾਂ ਨਾਰਮਲ ਲੈਬ ਤੇ ਜਾਂਦੇ ਹੋ, ਆਪਾਂ ਸ਼ੂਗਰ ਟੈਸਟ ਕਰਵਾਉਂਦੇ ਹੋ, ਉਹਦੇ ਵਿੱਚ ਰੇਟਿੰਗ ਕੀ ਹੁੰਦੀ ਆ 70 ਤੋਂ 110। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਕਿਸੇ ਟਾਈਮ ਦੇ ਉੱਤੇ 160 ਹੁੰਦੀ ਸੀ, 160 ਤੋਂ ਘਟਦੀ 110 ਤੱਕ ਆ ਗਈ ਹੈ। ਹੁਣ ਜੇ ਮੰਨ ਲਓ ਤੁਸੀਂ ਇਹ ਦੇਖੋ ਵੀ ਜੇ ਕਿਸੇ ਨੂੰ 115 120 ਵੀ ਆ ਗਈ, ਉਹ ਬੰਦਾ ਵੀ ਚਿੰਤਾਗ੍ਰਸਤ ਹੋ ਜਾਂਦਾ ਵੀ ਮੈਨੂੰ ਸ਼ੂਗਰ ਹੋ ਗਈ। ਕਿਸੇ ਟਾਈਮ ਤੇ ਇਹ ਜਿਹੜਾ ਲੈਵਲ ਆ 160 ਹੁੰਦਾ ਸੀ, ਮਤਲਬ ਉਦਾਂ ਹੀ ਬੰਦੇ ਨੂੰ 160 ਤੱਕ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦੂਜੇ ਨੰਬਰ ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਹੈਗੀ ਆ ਉਹ ਇਹ ਹੈ ਜੀ ਵੀ ਦੇਖੋ, ਇੱਕ ਬੱਚਾ ਉਹ 10 ਸਾਲ ਦਾ, ਇੱਕ 20 ਸਾਲ ਦਾ ਗੱਭਰੂ ਜਵਾਨ ਆ, ਜਵਾਨੀ 'ਚ ਪੈਰ ਰੱਖਿਆ ਹੋਇਆ, ਇੱਕ ਜਿਹੜਾ ਹੈਗਾ ਉਹ ਥੋੜੀ ਜਿਹੀ ਜਵਾਨੀ ਢਲਣੀ ਸ਼ੁਰੂ ਹੋ ਗਈ ਆ 35-40 ਸਾਲ ਬਾਅਦ, ਇੱਕ ਉਹ 70-80 ਸਾਲ ਦਾ ਬਜ਼ੁਰਗ ਹੈ। ਸਾਰਿਆਂ ਦੇ ਸ਼ੂਗਰ ਦੀ ਜਿਹੜੀ ਰੇਂਜ ਆ ਜਾਂ ਸ਼ੂਗਰ ਦਾ ਜਿਹੜਾ ਲੈਵਲ ਆ ਉਹ ਇੱਕ ਕਿੱਦਾਂ ਹੋ ਸਕਦਾ? ਅੱਛਾ, ਪਰ ਅਸੀਂ ਤਾਂ ਇਹ ਸੋਚਦੇ ਹਾਂ ਕਿ ਬੱਚੇ ਦੀ ਸ਼ੂਗਰ ਵੀ ਟੈਸਟ ਕਰਾ ਲਓ, ਇੱਕ ਰੇਟਿੰਗ ਤੇ ਜੇ ਗੜਬੜ ਹੈ ਤਾਂ ਗੜਬੜ ਹੈ, ਅਸੀਂ ਜਵਾਨ ਦੀ ਕਰਾ ਲਈਏ, ਅਸੀਂ ਬਜ਼ੁਰਗ ਦੀ ਕਰਾ ਲਈਏ, ਇਹ ਕੀ ਗੱਲ ਬਣੀ? ਕਿੱਦਾਂ ਹੋ ਸਕਦੀ ਹੈ ਸਰ? ਆਪਾਂ ਨਾਰਮਲ ਬੰਦਾ ਦਿਨ ਦੇ ਵਿੱਚ 24,000 ਵਾਰੀ ਸਾਹ ਲੈਂਦਾ ਲਗਭਗ, ਹੈ ਨਾ। ਜਿਹੜੇ ਬੱਚੇ 48,000 ਵਾਰੀ ਵੀ ਲੈ ਸਕਦੇ ਆ, ਕਿਉਂਕਿ ਬੱਚਿਆਂ ਦਾ ਸਾਹ ਛੋਟਾ ਹੁੰਦਾ। ਫਰਕ ਹੈ ਇਸ ਚੀਜ਼ ਦਾ। ਇਹ ਕਿਸੇ ਦੀ ਵੀ ਜਿਹੜੀ ਹੈਗੀ ਆ ਉਹ ਇੱਕੋ ਜਿਹੀ ਰੇਟਿੰਗ ਜਿਹੜੀ ਆ ਉਹ ਨਹੀਂ ਹੋ ਸਕਦੀ। ਤੇ ਫਿਰ ਇਹਦਾ ਤੁਹਾਡੇ ਮੁਤਾਬਕ ਰੇਟਿੰਗ ਦਾ ਸਹੀ ਤਰੀਕਾ ਕੀ ਹੈ? ਸਹੀ ਤਰੀਕਾ ਜੀ, ਇੱਕ ਤਾਂ ਨਾਰਮਲ ਆਪਾਂ ਮੰਨ ਕੇ ਚੱਲੀਏ ਵੀ ਜਦੋਂ ਆਪਾਂ ਸ਼ੂਗਰ ਦੇਖਣੀ ਹੈਗੀ ਆ, ਤੁਸੀਂ 100+ ਏਜ, ਤੁਹਾਡੀ ਉਮਰ ਕਿੰਨੀ, ਅੱਛਾ, ਇਹਦਾ ਤੁਸੀਂ ਜੋੜ ਕਰ ਲਓ, ਜਿੰਨੀ ਹੈਗੀ ਆ ਖਾਲੀ ਪੇਟ ਤੁਹਾਡੀ 19 ਸ਼ੂਗਰ ਨਾਰਮਲ ਹੈ। ਮੰਨ ਲਓ ਮੇਰੀ ਉਮਰ 35 ਸਾਲ ਹੈ, 135 ਸ਼ੂਗਰ ਤੁਹਾਡੀ ਨਾਰਮਲ ਹੈ, 110 ਵਾਲਾ ਆਪਾਂ ਟੱਪ ਗਏ,
ਖਾਲੀ ਪੇਟ। ਅੱਛਾ ਠੀਕ ਹੈ ਜੀ, ਖਾਲੀ ਪੇਟ ਮੈਂ ਇਸ ਕਰਕੇ ਕਹਿ ਰਿਹਾ ਵੀ ਤੁਸੀਂ ਰਾਤ ਨੂੰ ਕਣਕ ਦੀਆਂ 2 ਰੋਟੀਆਂ ਵੱਧ ਖਾ ਕੇ ਸੌਂਗਾ, ਸਵੇਰ ਨੂੰ ਚੈੱਕ ਕਰੋਗੇ ਤਾਂ ਵਧੀਆ ਹੀ ਹੋਣੀ ਆ। ਅੱਛਾ, ਇਹ ਖਾਲੀ ਪੇਟ ਤੇ ਭਰੇ ਹੋਏ ਪੇਟ ਜਾਂ ਰੋਟੀ ਖਾਣ ਤੋਂ ਬਾਅਦ ਵਾਲਾ ਕੀ ਮੁੱਦਾ ਰਹਿੰਦਾ ਹੈ ਜੀ? ਇਹ ਵੀ ਬੜੀਆਂ ਵਹਿਮ ਭਰਮ ਹੈ ਜਾਂ ਸੱਚੀ ਮੁੱਚੀ ਕੁਝ ਹੁੰਦਾ ਹੈ? ਦੇਖੋ ਵੈਸੇ ਤਾਂ ਆਪਾਂ ਇੱਕ ਚੀਜ਼ ਮੰਨਦੇ ਹਾਂ ਵੀ ਜਿਹੜੀ ਸ਼ੂਗਰ ਦਾ ਟੈਸਟ ਹੋਣਾ ਚਾਹੀਦਾ ਉਹ ਖਾਲੀ ਪੇਟ ਹੀ ਕਰਾਉਣਾ ਚਾਹੀਦਾ, ਕਿਉਂਕਿ ਤੁਸੀਂ ਰਾਤ ਨੂੰ ਜਿੱਦਾਂ ਦੀ ਖੁਰਾਕ ਖਾ ਕੇ ਸੁੱਤੇ ਹੋ ਹੈ ਨਾ, ਉਹ ਜਿਹੜੀ ਤੁਹਾਡੀ ਖੁਰਾਕ ਆ ਉਹਨੇ ਤੁਹਾਡੀ ਸ਼ੂਗਰ ਜਿਹੜੀ ਹੈਗੀ ਸੈੱਟ ਕਰਨੀ ਵੀ ਤੁਹਾਡੇ ਸਰੀਰ 'ਚ ਸ਼ੂਗਰ ਹੈਗੀ ਕਿੰਨੀ ਹੈ। ਤੁਸੀਂ ਰਾਤ ਨੂੰ ਕੀ ਖਾਧਾ, ਤੁਸੀਂ ਰਾਤ ਨੂੰ ਚੌਲ ਖਾ ਕੇ ਸੁੱਤੇ ਹੋ ਤੁਸੀਂ, ਤਾਂ ਸਵੇਰ ਨੂੰ ਸ਼ੂਗਰ ਵੱਧ ਆਏਗੀ ਤੁਹਾਡੀ ਰੇਟਿੰਗ ਦੇ ਵਿੱਚ। ਤੁਸੀਂ ਰਾਤ ਨੂੰ ਜਿਹੜਾ ਹੈਗਾ ਆ ਉਹ ਜਾਮਣਾ ਖਾ ਕੇ ਸੁੱਤੇ ਹੋ, ਕਰੇਲੇ ਖਾ ਕੇ ਸੁੱਤੇ ਹੋ, ਸਵੇਰ ਨੂੰ ਤੁਹਾਡੀ ਰੇਟਿੰਗ ਜਿਹੜੀ ਹੈਗੀ ਆ ਸ਼ੂਗਰ ਦੀ ਉਹ ਘੱਟ ਆਏਗੀ। ਸੋ ਖੁਰਾਕ ਦੀ ਬਹੁਤ ਅਹਿਮੀਅਤ ਹੈਗੀ ਆ। ਔਰ ਨਾਰਮਲ ਅਸੀਂ ਜਿਹੜੀ ਖੁਰਾਕ ਲੈ ਰਹੇ ਹਾਂ, ਖੁਰਾਕ ਕਿਹੜੀ ਆ ਸਰ ਸਾਡੀ? ਖੁਰਾਕ ਦੇ ਵਿੱਚ ਆਪਾਂ ਕਾਰਬੋਹਾਈਡਰੇਟ ਹੀ ਵੱਧ ਲੈ ਰਹੇ ਹਾਂ। ਕਣਕ ਕੀ ਆ? ਕਾਰਬੋਹਾਈਡਰੇਟ ਹੈ। ਨਾਰਮਲ ਆਪਾਂ ਗੱਲ ਕਰੀਏ ਸ਼ੂਗਰ ਕੀ ਹੈ? ਕਾਰਬੋਹਾਈਡਰੇਟ ਜਿਹੜੀ ਹੈਗੀ ਆ। ਮੰਨ ਲਓ ਆਪਾਂ ਜੇ ਇੱਕ ਅੱਧੀ ਲਾਈਨ ਦੇ ਵਿੱਚ ਕਹਿਣਾ ਹੋਵੇ ਨਾ, ਟੌਕਸਿਸਿਟੀ ਆਫ ਕਾਰਬੋਹਾਈਡਰੇਟ ਇਜ਼ ਸ਼ੂਗਰ। ਜਿਹੜਾ ਕਾਰਬੋਹਾਈਡਰੇਟ ਦਾ ਜ਼ਹਿਰੀਲਾਪਨ ਤੁਹਾਡੇ ਬਲੱਡ ਦੇ ਵਿੱਚ ਰਲ ਗਿਆ ਉਹ ਸ਼ੂਗਰ ਹੈ। ਤੁਸੀਂ ਤਾਂ ਇੱਕ ਬੰਦੇ ਨੂੰ ਕਹਿ ਰਹੇ ਸੀ ਕਿ ਆਪਣੀ 3 ਮਹੀਨੇ ਵਾਲੀ ਸ਼ੂਗਰ ਚੈੱਕ ਕਰੋ, ਉਹ ਕੀ ਸਰ ਮੇਨ ਜਿਹੜਾ ਆਪਾਂ ਮੰਨਦੇ ਹੈਗੇ ਆ ਸ਼ੂਗਰ ਦਾ ਟੈਸਟ ਹੈ ਜਿਹੜਾ ਉਹ 3 ਮਹੀਨੇ ਵਾਲਾ ਹੀ ਹੁੰਦਾ, HbA1c ਜਿਹਨੂੰ ਕਹਿੰਦੇ ਹੈਗੇ ਆਪਾਂ। ਇਹੀ ਟੈਸਟ ਜਿਹੜਾ ਆ ਉਹ ਬੈਟਰ ਆ ਸਾਡੇ ਲਈ, ਕਿਉਂਕਿ ਬਲੱਡ ਦਾ ਟੈਸਟ ਹੋਣਾ ਹੁੰਦਾ ਇਹ 3 ਮਹੀਨੇ ਬਾਅਦ ਹੁੰਦਾ। ਇਹੀ ਸਾਨੂੰ ਅਸਲੀ ਰੇਂਜ ਜਿਹੜੀ ਹੈਗੀ ਆ ਇਹ ਦੱਸਦਾ ਹੈ ਕਿ ਤੁਹਾਡਾ ਲੈਵਲ ਕਿੱਥੇ ਹੈਗਾ। ਔਰ ਜਦੋਂ ਆਪਾਂ ਦੇਖਦੇ ਹੈਗੇ ਆ ਵੀ ਸਾਡਾ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ 5.5 ਤੋਂ 6.5 ਤੱਕ ਆ, ਤਾਂ ਤੁਸੀਂ ਬਾਰਡਰ ਲਾਈਨ ਤੇ ਹੋ, ਤੁਸੀਂ ਪ੍ਰੀ ਡਾਇਬਟਿਕ ਹੋ। ਜਦੋਂ ਇਹ 6.5 ਤੋਂ ਅਸੀਂ ਟੱਪ ਜਾਂਦੇ ਆ, ਜਦੋਂ ਟੱਪ ਜਾਂਦੇ ਆ ਉਸ ਵੇਲੇ ਆਪਾਂ ਕਹਿੰਦੇ ਆ ਵੀ ਤੁਸੀਂ ਡਾਇਬਟਿਕ ਹੋ ਗਏ। ਸੋ ਆਪਾਂ ਇਹਨੂੰ ਰਿਵਰਸ ਕਰਨਾ ਹੁੰਦਾ ਹੈ। ਅਸਲ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਇਹਨੂੰ ਰਿਵਰਸ ਕਰਨਾ, ਆਪਾਂ ਵਾਪਸ ਲੈ ਕੇ ਆਉਣਾ ਹੈ। ਵਾਪਸ ਸਵਾਲ ਹੁਣ ਇੱਥੇ ਇਹ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ, ਵਾਪਸ ਕਿਹੜੇ ਲੋਕਾਂ ਦੀ ਆਉਗੀ? ਬਿਲਕੁਲ ਸਾਫ਼ ਔਰ ਬੜੀ ਇਮਾਨਦਾਰੀ ਨਾਲ ਤੁਸੀਂ ਇਹਦਾ ਜਵਾਬ ਦੇਣਾ ਹੈ ਕਿ ਕਿਹੜੇ ਲੋਕਾਂ ਦੀ ਸ਼ੂਗਰ ਹੈਗੀ ਹੈ ਉਹ ਰਿਵਰਸਲ ਹੋ ਸਕਦੀ ਹੈ, ਵਾਪਸ ਹੋ ਸਕਦੀ ਹੈ। ਦੇਖੋ ਸ਼ੂਗਰ ਜਿਹੜੀ ਹੈ ਸਰ ਅਸੀਂ ਮੰਨਦੇ ਹਾਂ 3 ਟਾਈਪ ਦੀ ਸ਼ੂਗਰ ਹੈ, ਟਾਈਪ 1, ਟਾਈਪ 2 ਔਰ ਟਾਈਪ 3 ਹੈ ਜੀ ਸ਼ੂਗਰ ਹੈਗੀ। ਟਾਈਪ 1 ਸ਼ੂਗਰ ਜਿਹੜੀ ਜੈਨੇਟਿਕ ਹੁੰਦੀ ਹੈ, ਜਨਮਜਾਤ ਸ਼ੂਗਰ। ਇਹ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਉਹ ਇੱਕ ਬੰਦਾ ਜਿੱਦਾਂ ਜਿਹਨੂੰ ਸ਼ੂਗਰ ਹੈਗੀ ਆ ਉਹ ਗਾਹਾਂ ਫਿਰ ਜੀਨਸ ਦੇ ਵਿੱਚ ਜਾਂਦੀ ਹੈਗੀ, ਔਰ ਇਹਦੇ ਵਿੱਚ ਕ੍ਰਾਸ ਵੀ ਹੋ ਜਾਂਦਾ ਕਈ ਵਾਰੀ। ਮੰਨ ਲਓ ਜੇ ਮਾਂ ਨੂੰ ਸ਼ੂਗਰ ਹੈ ਨਾ ਤਾਂ ਉਹਦੇ ਬੇਟੇ ਨੂੰ ਜਿਹੜਾ ਹੈਗਾ ਹੋਣ ਦੇ ਵੱਧ ਚਾਂਸ ਰਹਿੰਦੇ ਆ, ਜੇ ਬਾਪ ਨੂੰ ਆ ਤਾਂ ਉਹ ਧੀ ਨੂੰ ਹੋਣ ਦੇ ਵੱਧ ਚਾਂਸ ਰਹਿੰਦੇ ਆ। ਕ੍ਰਾਸ ਜਿਹੜਾ ਹੈਗਾ ਇਦਾਂ ਹੁੰਦੀ ਹੈਗੀ, ਕਈ ਵਾਰੀ ਇੱਕ ਪੀੜ੍ਹੀ ਛੱਡ ਵੀ ਜਾਂਦੀ ਆ। ਸੋ ਆਪਾਂ ਜਿਹੜਾ ਹੈਗਾ ਉਹ ਇੱਕ ਚੀਜ਼ ਕਰਨੀ ਹੈ ਇਹਦੇ ਵਿੱਚ ਬਈ ਜਿਹੜੀ ਜਨਮਜਾਤ ਸ਼ੂਗਰ ਹੈ, ਦੇਖੋ ਉਹ ਰਿਵਰਸ ਹੋਣੀ ਬਹੁਤ ਮੁਸ਼ਕਲ ਹੈ, ਲੇਕਿਨ ਨਾਮੁਮਕਿਨ ਨਹੀਂ ਹੈ, ਲੇਕਿਨ ਬਹੁਤ ਰੇਅਰ ਚਾਂਸ ਹੁੰਦੇ ਆ। ਉਹਦੇ ਵਿੱਚ ਦਵਾਈ ਦੇ ਨਾਲ ਨਾਲ ਜਿਹੜਾ ਮਰੀਜ਼ ਹੈਗਾ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ। ਉਹਦੇ ਵਿੱਚ ਚੱਕਰ ਇਹ ਹੈਗਾ ਆ ਕਿਉਂਕਿ ਜਿਹੜਾ ਪੈਂਕਰੀਆਸ ਹੈ, ਜਿਹੜਾ ਅਗਨਾਸ਼ਯ ਆ ਸਰ, ਉਹ ਕੰਮ ਹੀ ਨਹੀਂ ਕਰ ਰਿਹਾ, ਉਹ ਕੰਮ ਹੀ ਨਹੀਂ ਕਰ ਰਿਹਾ। ਜੇ ਉਹ ਕੰਮ ਕਰੇਗਾ ਤਾਂ ਇਨਸੂਲਿਨ ਬਣੇਗੀ, ਉਹ ਉਹਨਾਂ ਨੂੰ ਫਿਰ ਇਨਸੂਲਿਨ ਜਿਹੜੀ ਹੈਗੀ ਆ ਉਹ ਲੈਣੀ ਪੈਂਦੀ ਹੈ। ਲੇਕਿਨ ਆਪਾਂ ਦਵਾਈ ਦੇ ਨਾਲ ਇਨਸੂਲਿਨ ਦੀ ਮਾਤਰਾ ਜਿਹੜੀ ਹੈਗੀ ਆ ਉਹ ਘਟਾ ਸਕਦੇ ਆ। ਇੱਕ ਟਾਈਪ 2 ਹੁੰਦੀ ਆ, ਟਾਈਪ 2 100% ਠੀਕ ਹੋਣ ਯੋਗ ਆ, ਇੱਥੇ ਆਪਾਂ ਬਾਅਦ ਚਰਚਾ ਕਰਦੇ ਹਾਂ। ਲੇਕਿਨ ਜਿਹੜੀ ਟਾਈਪ 3 ਹੈ, ਟਾਈਪ 3 ਜਿਹੜੀ ਹੈਗੀ ਆ ਸ਼ੂਗਰ ਉਹ ਜ਼ਿਆਦਾਤਰ ਹੁੰਦੀ ਆ ਗਰਭਵਤੀ ਔਰਤਾਂ ਜਦੋਂ ਉਹ ਪ੍ਰੈਗਨੈਂਸੀ ਦੇ ਦਰਮਿਆਨ ਹੁੰਦੀਆਂ ਹੈਗੀਆਂ। ਮੈਨੂੰ ਬਹੁਤ ਸਾਰੀਆਂ ਸਾਡੀ ਬੀਬੀ ਭੈਣਾਂ ਦਾ ਫੋਨ ਆਇਆ ਕਿ ਪ੍ਰੈਗਨੈਂਸੀ ਤੋਂ ਪਹਿਲਾਂ ਮੈਂ ਬਿਲਕੁਲ ਨਾਰਮਲ ਸੀ, ਡਿਲੀਵਰੀ ਹੋਈ ਤੇ ਫਿਰ ਮੈਨੂੰ ਸ਼ੂਗਰ ਹੋ ਗਈ। ਬਿਲਕੁਲ, ਜਦੋਂ ਪ੍ਰੈਗਨੈਂਸੀ ਹੁੰਦੀ ਆ ਉਸ ਵੇਲੇ ਸ਼ੂਗਰ ਕੀ ਹਾਰਮੋਨਸ ਜਿਹੜੇ ਉੱਪਰ ਥੱਲੇ ਹੁੰਦੇ ਆ ਲੇਡੀਜ਼ ਦੇ, ਉਸ ਵੇਲੇ ਉਹ ਕਈ ਵਾਰੀ ਡਾਇਬਟਿਕ ਹੋ ਜਾਂਦੇ ਆ। ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਦੋਂ ਡਿਲੀਵਰੀ ਹੋ ਜਾਂਦੀ ਉਹਨਾਂ ਦੀ ਤੇ ਇਹ ਪ੍ਰੋਬਲਮ ਠੀਕ ਹੋ ਜਾਂਦੀ ਆ। ਲੇਕਿਨ ਜਿਨ੍ਹਾਂ ਦੀ ਨਹੀਂ ਹੁੰਦੀ ਉਹ ਆਪਣੇ ਆਪ ਇਹ ਜਿਹੜੀ ਟਾਈਪ 3 ਆ ਇਹ ਟਾਈਪ 2 ਦੇ ਵਿੱਚ ਕਨਵਰਟ ਹੋ ਜਾਂਦੀ। ਉਹਨਾਂ ਦਾ ਫਿਰ ਉਹ ਫਿਰ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ, ਉਹਨਾਂ ਨੂੰ ਵੀ ਆਪਣਾ ਜਿਹੜਾ ਮੈਟਾਬੋਲਿਕ ਡਿਸਆਰਡਰ ਹੈਗਾ ਉਹਨੂੰ ਆਰਡਰ ਦੇ ਵਿੱਚ ਲੈ ਕੇ ਆਉਣਾ ਪਊਗਾ, ਉਹਨੂੰ ਇੱਕ ਬਿਲਕੁਲ ਸਾਧਿਆ ਹੋਇਆ ਜਿਹੜਾ ਜੀਵਨ ਆ ਉਹਦੇ ਵਿੱਚ ਲੈ ਕੇ ਆਉਣਾ ਪਊਗਾ। ਔਰ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਕਿਹਨਾਂ ਦਾ ਰਿਵਰਸ ਹੋ ਸਕਦਾ, ਉਹ ਸਰ ਟਾਈਪ 2 ਵਾਲੇ ਹੈਗੇ ਆ ਜਿਹੜੇ ਨਾਰਮਲ ਤੌਰ ਦੇ ਉੱਤੇ ਆਪਣੀ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਗੋਲੀਆਂ ਖਾ ਰਹੇ ਆ, ਸਵੇਰੇ ਸ਼ਾਮ ਗੋਲੀਆਂ ਲੈ ਰਹੇ ਆ। ਉਹਨਾਂ ਦੀ 100% ਜਿਹੜੀ ਸ਼ੂਗਰ ਆ ਉਹ ਬਿਲਕੁਲ ਠੀਕ ਹੋ ਸਕਦੀ ਆ।
ਕਿਉਂਕਿ ਸ਼ੂਗਰ ਹੈ ਕੀ ਆ ਸਰ? ਸ਼ੂਗਰ ਜਿੱਦਾਂ ਆਪਾਂ ਇਹਦੇ 3-4 ਤਰੀਕੇ ਦੇ ਨਾਲ ਆਪਾਂ ਇਹਨੂੰ ਦੇਖਦੇ ਹੈਗੇ ਹਾਂ। ਜਦੋਂ ਗਲੂਕੋਜ਼ ਦੀ ਮਾਤਰਾ ਸਾਡੇ ਖੂਨ ਦੇ ਵਿੱਚ ਵੱਧ ਜਾਂਦੀ ਹੈ, ਗਲੂਕੋਜ਼ ਕੀ ਹੈਗਾ ਸਰ? ਗਲੂਕੋਜ਼ ਸਾਡੇ ਸਰੀਰ ਨੂੰ ਊਰਜਾ ਦਿੰਦਾ, એનર્ਜੀ ਦਿੰਦਾ। ਜਿਹੜਾ ਪੈਂਕਰੀਆਸ ਆ, ਅਗਨਾਸ਼ਯ ਜਿਹੜਾ ਹੈਗਾ ਹੈ, ਇਹਦੇ ਵਿੱਚੋਂ ਜਿਹੜਾ ਹਾਰਮੋਨ ਰਿਲੀਜ਼ ਹੁੰਦਾ ਜਿਹਨੂੰ ਆਪਾਂ ਇਨਸੂਲਿਨ ਕਹਿੰਦੇ ਆ, ਆਪਾਂ ਇਹਨੂੰ ਲੌਕ ਔਰ ਕੀ ਦੇ ਵਾਂਗ ਦੇਖਾਂਗੇ। ਜਿਹੜਾ ਗਲੂਕੋਜ਼ ਆ ਇੱਕ ਲੌਕ ਆ, ਜਿਹੜੀ ਇਨਸੂਲਿਨ ਆ ਇਹ ਜਿਹੜੀ ਹੈਗੀ ਆ ਕੀ ਆ। ਜਦੋਂ ਇਹ ਜਾਂਦੀ ਆ ਤਾਂ ਲੌਕ ਖੋਲ ਦਿੰਦੀ ਆ ਔਰ ਉਹ ਜਿਹੜਾ ਗਲੂਕੋਜ਼ ਆ ਉਹਦੇ ਵਿੱਚੋਂ ਫਿਰ એનર્ਜੀ ਨਿਕਲਦੀ ਆ। ਉਹ એનર્ਜੀ ਜਿਹੜੀ ਹੈਗੀ ਆ ਸਾਡੇ ਸਰੀਰ ਦੇ ਜਿਹੜੇ ਕਰੋੜਾਂ ਹੀ ਸੈੱਲ ਆ, ਉਹਨਾਂ ਸੈੱਲਾਂ ਨੂੰ ਜਾ ਕੇ એનર્ਜੀ ਦਿੰਦੀ, ਊਰਜਾ ਦਿੰਦੀ ਆ ਔਰ ਸਾਡਾ ਸਰੀਰ ਤੰਦਰੁਸਤ ਰਹਿੰਦਾ, ਅਸੀਂ ਬਿਮਾਰੀਆਂ ਤੋਂ ਬਚਦੇ ਆ। ਤੇ ਜਿਹੜੇ ਲੋਕ ਇਨਸੂਲਿਨ ਲਗਾ ਰਹੇ ਨੇ ਜੀ ਡਾਕਟਰ ਸਾਹਿਬ, ਫਿਰ ਇਨਸੂਲਿਨ ਬੰਦ ਹੋ ਸਕਦੀ? ਉਹਦੀ ਮਾਤਰਾ ਘਟ ਸਕਦੀ ਆ। ਉਹਨੂੰ ਆਪਾਂ ਹੌਲੀ ਹੌਲੀ ਇੱਥੋਂ ਤੱਕ ਲੈ ਆਵਾਂਗੇ ਵੀ ਉਹਨੂੰ ਇਨਸੂਲਿਨ ਨਾ ਲੈਣੀ ਪਵੇ, ਤਾਂ ਦਵਾਈ ਜਿਹੜੀ ਖਾਣ ਵਾਲੀ ਹੋਵੇ ਉਹਦੇ ਨਾਲ ਹੀ ਉਹਨਾਂ ਦਾ ਗੁਜ਼ਾਰਾ ਚੱਲਦਾ ਰਹੇ, ਪਰ ਉਹਨਾਂ ਨੂੰ ਦਵਾਈ ਹਮੇਸ਼ਾ ਲੈਣੀ ਪਏਗੀ। ਕਿਉਂਕਿ ਜਿਹੜਾ ਪੈਂਕਰੀਆਸ ਹੈ ਨਾ, ਕਿਉਂਕਿ ਕੰਮ ਨਹੀਂ ਕਰ ਰਿਹਾ ਐਕਚੁਅਲੀ। ਪੈਂਕਰੀਆਸ ਜਿਹੜਾ ਹੈਗਾ ਆ ਉਹਦੀ ਜ਼ਰੂਰੀ ਹੈ ਨਾ, ਉਹਨੇ ਇਨਸੂਲਿਨ ਬਣਾਉਣੀ ਆ। ਹੁਣ ਇਹਦੇ ਕਾਰਨ ਕੀ ਹੈਗੇ ਆ? ਜਿਹੜਾ ਦੇਖੋ ਟਾਈਪ 1 ਹੈ ਉਹਦਾ ਜਨਮਜਾਤ ਆ ਵੀ ਉਹ ਇਨਸੂਲਿਨ ਬਣਾ ਹੀ ਨਹੀਂ ਰਿਹਾ, ਲੇਕਿਨ ਜਿਹੜੇ ਟਾਈਪ 2 ਵਾਲੇ ਉਹਨਾਂ ਦਾ ਪੈਂਕਰੀਆਸ ਕੰਮ ਕਿਉਂ ਨਹੀਂ ਕਰ ਰਿਹਾ? ਇੱਕ ਤਾਂ ਫੈਟ ਕਾਰਨ ਹੈ, ਜਿਨ੍ਹਾਂ ਦਾ ਲੀਵਰ ਫੈਟੀ ਆ ਜਾਂ ਨਾਰਮਲ ਫੈਟ ਹੋਵੇ। ਤੁਸੀਂ ਦੇਖੋ ਸ਼ੂਗਰ ਵਾਲੇ ਦੇ ਜ਼ਿਆਦਾਤਰ ਪੇਟ ਜਿਹੜੇ ਹੈਗੇ ਆ ਮੋਟੇ ਹੋ ਜਾਂਦੇ ਆ, ਕਈ ਬੰਦੇ ਪਤਲੇ ਵੀ ਹੁੰਦੇ ਆ ਲੇਕਿਨ ਉਹਨਾਂ ਦੇ ਅੰਦਰ ਫੈਟ ਹੁੰਦੇ। ਉਹ ਜਿਹੜੀ ਫੈਟ ਆ ਉਹ ਸਰ ਕਵਰ ਕਰ ਲੈਂਦੀ ਅਗਨਾਸ਼ਯ ਨੂੰ, ਪੈਂਕਰੀਆਸ ਨੂੰ। ਹੁਣ ਜਦੋਂ ਉਹਨੂੰ ਕਵਰ ਹੀ ਕਰ ਲਿਆ ਜਾ ਕੇ, ਉਹ ਸਾਡੇ ਜਿਹੜਾ ਅੰਗ ਹੈਗਾ ਉਹਨੂੰ ਕਵਰ ਕਰ ਲਿਆ ਫੈਟ ਨੇ, ਤਾਂ ਫਿਰ ਫੈਟ ਜੇ ਉੱਪਰ ਆ ਗਈ ਤਾਂ ਫਿਰ ਇਨਸੂਲਿਨ ਰਿਲੀਜ਼ ਕਿੱਥੋਂ ਹੋਣੇ? ਮਤਲਬ ਕਵਰ ਕਰ ਲੈਂਦੇ, ਫੈਟ ਜਮਾ ਹੋਣੀ ਸ਼ੁਰੂ ਹੋ ਜਾਂਦੀ। ਜਾਂ ਆਪਾਂ ਕਹੀਏ ਫੈਟੀ ਸੈੱਲ ਆ ਜਿਹੜੇ ਪੈਂਕਰੀਆਸ ਦੇ ਵਿੱਚ ਬੀਟਾ ਸੈੱਲ ਹੁੰਦੇ ਆ, ਜਿਹੜੇ ਇਨਸੂਲਿਨ ਬਣਾਉਂਦੇ ਆ, ਪ੍ਰੋਡਿਊਸ ਕਰਦੇ ਆ, ਉਹ ਫੈਟੀ ਸੈੱਲ ਨੇ, ਬੀਟਾ ਸੈੱਲ ਆ ਜਿਹੜੇ, ਉਹਨਾਂ ਨੂੰ ਕਵਰ ਕਰ ਦੇਣਾ, ਉਹਨਾਂ ਨੂੰ ਇੱਕ ਕਿਸਮ ਦਾ ਢਾਹ ਲਿਆ ਜਾ ਕੇ, ਹੈ ਨਾ। ਹੁਣ ਉਹ ਕਿੱਥੋਂ ਪ੍ਰੋਡਕਸ਼ਨ ਕਰਨਗੇ ਬੀਟਾ ਸੈੱਲ ਜਿਹੜੇ ਹੈਗੇ ਆ? ਹੁਣ ਕਰਨਾ ਕੀ ਹੁੰਦਾ ਆ? ਇਹ ਜਿਹੜੀ ਫੈਟ ਆ ਸਾਡੇ ਸਰੀਰ ਦੇ ਵਿੱਚੋਂ ਇਹਨੂੰ ਖਤਮ ਕਰਨਾ ਹੁੰਦਾ। ਇਹ ਪੈਂਕਰੀਆਸ ਆ ਜਿਹੜਾ ਉਹਦੀ ਸਫਾਈ ਕਰਨੀ ਹੁੰਦੀ ਆ, ਤੇ ਪੈਂਕਰੀਆਸ ਦੀ ਸਫਾਈ ਹੋ ਗਈ, ਬੀਟਾ ਸੈੱਲ ਜਿਹੜੇ ਹੈਗੇ ਆ ਉਹਨਾਂ ਦੀ ਸਫਾਈ ਹੋ ਗਈ, ਉਹ ਫਿਰ ਰੀਜਨਰੇਟ ਹੋਣੇ ਸ਼ੁਰੂ ਹੋ ਜਾਂਦੇ ਆ। ਅੱਛਾ, ਮੈਂ ਤੁਹਾਨੂੰ ਦੱਸਦਾ ਇੱਕ ਨਾਰਮਲ, ਜੇ ਆਪਾਂ ਆਪਣੇ ਘਰ ਦੇ ਵਿੱਚ ਇੱਕ ਚੀਜ਼ ਦੇਖਣੀ ਹੋਵੇ ਵੀ ਆਪਾਂ ਆਪਣੇ ਪੈਂਕਰੀਆਸ ਨੂੰ ਰੀਸਟਾਰਟ ਕਰਨਾ ਹੈ, ਉਹਨੂੰ ਇੱਕ ਵਾਰ ਫਿਰ ਤੋਂ ਆਪਾਂ ਤੰਦਰੁਸਤ ਕਰਨਾ, ਉਹਦੀ ਕਲੀਨਿੰਗ ਕਰਨੀ ਆ, ਤਾਂ ਸਰ ਤੁਸੀਂ ਅੱਧਾ ਲੀਟਰ ਨਿੰਬੂਆਂ ਦਾ ਰਸ ਲੈ ਲੈਣਾ। ਨਿੰਬੂ ਦੇ ਰਸ ਅੱਧਾ ਲੀਟਰ ਲੈ ਲਿਆ, ਉਹਨੂੰ ਕਿਸੇ ਕੱਚ ਦੇ ਭਾਂਡੇ 'ਚ ਪਾ ਕੇ ਰੱਖ ਲਿਆ। ਉਹਦੇ ਵਿੱਚ ਦੋ ਦੇਸੀ ਆਂਡੇ ਉਹ ਸਾਬਤੇ ਉਹਦੇ ਵਿੱਚ ਸੁੱਟ ਦੇਣੇ ਆ। ਉਹਨੂੰ ਕਿਸੇ ਕੱਪੜੇ ਦੇ ਨਾਲ ਢੱਕ ਕੇ ਛਾਵੇਂ ਰੱਖ ਦਿਓ। ਉਹਨੂੰ 15 ਦਿਨ ਬਾਅਦ ਉਹਨੂੰ ਰੋਜ਼ ਉੱਦਾਂ ਹਿਲਾਉਂਦੇ ਰਹਿਣਾ। 15 ਦਿਨ ਬਾਅਦ ਕੱਪੜਾ ਖੋਲ੍ਹੋ, ਉਹਦੇ 'ਚ ਚਮਚਾ ਘੁਮਾਓ ਚੰਗੀ ਤਰ੍ਹਾਂ ਔਰ ਉਹਨੂੰ ਛਾਣ ਲਓ। ਛਾਣ ਕੇ ਉਹਦੇ 2-2 ਚਮਚ ਸਵੇਰੇ ਸ਼ਾਮ ਖਾਲੀ ਪੇਟ ਪੀਣਾ ਸ਼ੁਰੂ ਕਰੋ। ਤੁਹਾਡਾ ਜਿਹੜਾ ਪੈਂਕਰੀਆਸ ਹੈ ਉਹ ਰੀਸਟਾਰਟ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ ਜੀ। ਇਹ ਚੀਜ਼ ਜਿਹੜੀ ਹੈਗੀ ਆ, ਇਹ ਕੋਈ ਵੀ ਸ਼ੂਗਰ ਦਾ ਪੇਸ਼ੈਂਟ ਹੈ ਜਿਹੜਾ ਉਹ ਕਰ ਸਕਦਾ। ਜਿਹੜੇ ਆਂਡੇ ਹੈਗੇ ਨੇ, ਇਹ ਕੱਚੇ ਆਂਡੇ ਸੁੱਟਣੇ ਨੇ? ਦੇਸੀ? ਹਾਂਜੀ, ਦੇਸੀ ਕੱਚੇ ਆਂਡੇ ਸੁੱਟਣੇ ਆਪਾਂ ਐਦੀ, ਉਹ ਡਿਜ਼ੋਲਵ ਹੋ ਜਾਣੇ ਸਰ ਵਿੱਚ। ਅੱਛਾ, ਹੌਲੀ ਹੌਲੀ ਵਿੱਚ ਘੁਲ ਜਾਣੇ ਆ ਸਾਰੇ। ਠੀਕ ਹੈ ਜੀ, ਕਵਰ ਸਮੇਤ? ਉਹ ਕਵਰ ਸਮੇਤ ਸਾਰਾ ਹੀ ਉਹ ਖਤਮ ਹੋ ਜਾਣੇ ਆ। ਬਾਕੀ ਚਮਚਾ ਫੇਰੋ, ਹਿਲਾ ਲਿਆ ਇਹਨੂੰ ਤੇ ਕੱਪੜਾ ਲਾ ਕੇ ਚਮਚਾ ਫੇਰ ਕੇ ਇਹਨੂੰ ਛਾਣ ਲੈਣਾ ਆਪਾਂ। ਉਹਨੂੰ ਕੱਚ ਦੇ ਭਾਂਡੇ 'ਚ ਦੁਬਾਰਾ ਫਿਰ ਪਾ ਕੇ ਰੱਖ ਲੈਣਾ ਹੈਗਾ। 2-2 ਚਮਚ ਸਵੇਰੇ ਸ਼ਾਮ ਖਾਲੀ ਪੇਟ ਜਿਹੜਾ ਹੈਗਾ ਉਹ ਤੁਸੀਂ ਪੀਣੇ ਸ਼ੁਰੂ ਕਰ ਦੇਣੇ। ਇਹਦੇ ਨਾਲ ਰੀਸਟਾਰਟ ਹੋਣਾ ਸ਼ੁਰੂ ਹੋ ਜਾਏਗਾ। ਤੇ ਜਿਹਨਾਂ ਕੋਲ ਟਾਈਮ ਨਹੀਂ ਹੈਗਾ ਜੀ, ਫਿਰ ਇਹ ਮਤਲਬ ਥੋੜਾ ਨੁਸਖਾ ਟੋਟਕਾ ਬਣਾਉਂਦਾ, ਉਹ ਕੀ ਕਰਾਂ? ਦੇਖੋ 2 ਚੀਜ਼ਾਂ ਜੀ। ਉਹਦੇ ਵਾਸਤੇ ਤਾਂ ਤੁਸੀਂ ਗੱਲ ਕਰ ਲਈ, ਲੇਕਿਨ ਤੁਹਾਡੇ ਕੋਲ ਵੀ ਕੋਈ ਤਾਂ ਟ੍ਰੀਟਮੈਂਟ ਹੋਊਗਾ। ਦੇਖੋ ਟ੍ਰੀਟਮੈਂਟ ਹੈ ਸਰ। ਟ੍ਰੀਟਮੈਂਟ ਤੋਂ ਪਹਿਲਾਂ ਆਪਾਂ ਮਾੜਾ ਜਿਹਾ ਦੇਖ ਲਈਏ ਜਿਹੜਾ ਅਸੀਂ ਜੀ ਇਹ ਦੇਖੋ ਤੁਸੀਂ ਜਿਹੜਾ ਕੋਕ ਜਿਹੜਾ ਸੀਗਾ, ਇਹ ਜਿਹੜਾ ਉਬਲਣਾ ਰੱਖਿਆ ਸੀ ਅਸੀਂ, ਜਿਹੜਾ ਪਾਣੀ ਦੇ ਵਿੱਚ ਰੱਖਿਆ ਸੀਗਾ, ਇਹ ਕੀ ਨਿਕਲਿਆ ਜੀ ਇਹਦੇ ਵਿੱਚ? ਦੇਖੋ ਤੁਸੀਂ ਕੋਕ ਦਾ ਕੀ ਬਣ ਗਿਆ ਜਿਹੜਾ। ਆਹ ਦੇਖੋ ਸਰ, ਇਹ ਜਿਹੜਾ ਕੋਕ ਸੀਗਾ, ਇਹ ਦੇਖੋ ਠੰਡਾ ਜਿਹੜਾ ਆਪਾਂ ਪੀਨੇ ਆ, ਇਹ ਐਦਾਂ ਹੋ ਗਿਆ ਜਿੱਦਾਂ ਤਾਰਕੋਲ ਹੁੰਦੀ, ਜਿਹਨੂੰ ਆਪਾਂ ਲੁੱਕ ਕਹਿੰਦੇ ਆ। ਤੇ ਸਰ ਤੁਸੀਂ ਇੱਕ ਚੀਜ਼ ਦਾ ਇਹ ਵੀ ਜਾਣਦੇ ਹੋ ਨਾ ਵੀ ਸਾਡਾ ਸਰੀਰ ਆ ਜਿਹੜਾ, ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਤਾਂ ਸਾਡੇ ਅੰਦਰ ਵੀ ਤਾਂ ਅਗਨੀ ਹੈ ਨਾ। ਅਗਨਾਸ਼ਯ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ। ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ? ਅਗਨਾਸ਼ਯ ਦੀ। ਅਗਨਾਸ਼ਯ ਕੀ ਆ? ਪੈਂਕਰੀਆਸ।
ਅਗਨਾਸ਼ਾ ਜਾਨੀ ਅਗਨੀ, ਤਾਂ ਇਹ ਕੋਕ, ਇਹ ਠੰਡੇ, ਇਹ ਜਿੰਨੇ ਵੀ ਪੈਪਸੀਆਂ, ਇਹ ਜੋ ਵੀ ਆਪਾਂ ਜਿਨ੍ਹਾਂ ਦੇ ਵੀ ਨਾਮ ਲੈ ਲਈਏ, ਜਿਨ੍ਹਾਂ ਦੀਆਂ ਐਡਸ ਬੜੇ ਬੜੇ ਐਕਟਰ ਕਰਦੇ ਆ। ਤੁਸੀਂ ਦੇਖੋ ਅਮਿਤਾਭ ਬੱਚਨ ਇੱਕ ਬ੍ਰਾਂਡ ਦੀ ਐਡਵਰਟੀਜ਼ਮੈਂਟ ਕਰਦਾ ਸੀਗਾ, ਔਰ ਉਹ ਐਡਵਰਟੀਜ਼ਮੈਂਟ ਉਹਨੇ ਉਦੋਂ ਕਰਨੀ ਛੱਡੀ ਜਦੋਂ ਡਾਕਟਰਾਂ ਨੇ ਕਹਿਤਾ ਵੀ ਇਹ ਬ੍ਰਾਂਡ ਪੀ ਪੀ ਕੇ ਤੇਰੀਆਂ ਅੰਤੜੀਆਂ ਖਰਾਬ ਹੋ ਗਈਆਂ, ਔਰ ਉਸ ਤੋਂ ਬਾਅਦ ਦੇ ਵਿੱਚ ਅਮਿਤਾਭ ਬੱਚਨ ਨੇ ਐਡ ਕਰਨੀ ਛੱਡ ਦਿੱਤੀ। ਹੁਣ ਅਮਿਤਾਭ ਬੱਚਨ ਕਿਸੇ ਹੋਰ ਚੀਜ਼ ਦੀ ਤਾਂ ਟਾਇਲਟ ਕਲੀਨਰ ਦੀ ਤਾਂ ਐਡ ਕਰ ਸਕਦਾ, ਲੇਕਿਨ ਉਹ ਆ ਜਿਹੜੇ ਠੰਡੇ ਹੈਗੇ ਆ ਇਹਨਾਂ ਦੀ ਐਡ ਨਹੀਂ ਕਰ ਰਹੇ। ਸੋ ਤੁਸੀਂ ਆਹ ਦੇਖੋ ਕੀ ਹੋ ਗਿਆ, ਇਹ ਅਸੀਂ ਠੰਡਾ ਹੈਗਾ ਜਿਹੜਾ ਉਹ ਗਰਮ ਕੀਤਾ ਹੈ, ਕਿਉਂਕਿ ਅਸਲ ਰੰਗ ਜਿਹੜਾ ਉਹ ਗਰਮ ਕਰਨ ਤੋਂ ਬਾਅਦ ਕਿਸੇ ਚੀਜ਼ ਦਾ ਪਤਾ ਲੱਗਦਾ ਹੈ। ਇਹ ਦੇਖੋ ਤੁਸੀਂ, ਇਹ ਠੰਡਾ ਹੈ। ਮੈਂ ਤਾਂ ਇਹ ਹੈਰਾਨ ਆ ਡਾਕਟਰ ਸਾਹਿਬ ਦੇਖ ਕੇ, ਫਿਰ ਸਾਡੇ ਸਰੀਰ ਦੇ ਵਿੱਚ ਜਾ ਕੇ ਇਹ ਤਾਂ ਜੰਮ ਗਿਆ ਸੀ, ਫਿਰ ਕਹਿੰਦੇ ਨੇ ਸਾਨੂੰ ਜੀ ਕਾਰਡਿਕ ਅਰੈਸਟ ਆ ਗਿਆ, ਹਾਰਟ ਅਟੈਕ ਆ ਗਿਆ, ਸਾਨੂੰ ਸ਼ੂਗਰ ਹੋ ਗਈ, ਸਾਨੂੰ BP ਹੋ ਗਿਆ। ਇਹ ਤੇ ਸਾਰਾ ਕੁਝ ਫਿਰ ਇਕੱਲਾ ਹੋਏ ਇਹਦੇ ਨਾਲ ਹੀ ਹੁੰਦੀ ਆ ਜੀ। ਆ ਉਹ ਠੰਡਾ ਹੈਗਾ ਜਿਹੜਾ ਭਾਈ ਸਾਹਿਬ ਜਦੋਂ ਤੁਸੀਂ ਐਂਟਰੀ ਕੀਤੀ ਆ, ਜਿਹੜੇ ਭਾਈ ਸਾਹਿਬ ਇੱਥੇ ਬੈਠ ਕੇ ਠੰਡਾ ਪੀ ਰਹੇ ਸੀ, ਮਠਿਆਈ ਖਾ ਰਹੇ ਸੀ, ਇਹ ਉਹ ਚੀਜ਼ ਆ ਜੀ ਜਿਸ ਚੀਜ਼ ਨੇ ਸਾਡੇ ਸਰੀਰ ਦੇ ਵਿੱਚ ਜਾ ਕੇ ਜਦੋਂ ਅਸੀਂ 300 ml ਪੀਣਾ ਤੇ 10 ਚਮਚੇ ਸ਼ੂਗਰ ਸਾਡੇ ਸਰੀਰ ਦੇ ਵਿੱਚ ਵਧਾ ਦੇਣੀ ਆ। ਇਹ ਤਾਂ ਜੰਮ ਗਿਆ ਜੀ ਬਿਲਕੁਲ, ਜਿਹਨੇ ਸਾਡੀਆਂ ਜਿਹੜੀਆਂ ਅੰਤੜੀਆਂ ਅੱਜ ਤੱਕ ਮੈਨੂੰ ਲੱਗਦਾ ਹੈ ਕਿ ਕਿਸੇ ਨੇ ਕੋਕ ਪੀਤਾ ਜ਼ਰੂਰ ਹੋਣਾ, ਲੇਕਿਨ ਖਾਦਾ ਨਹੀਂ ਹੋਣਾ, ਇਹ ਹੱਥ 'ਚ ਨਹੀਂ ਵੜਿਆ ਹੋਣਾ ਇਸ ਤਰੀਕੇ ਨਾਲ। ਇਹ ਜਿਹੜਾ ਠੰਡੇ ਨੇ, ਇਹ ਦੇਖੋ ਜਿਹੜੇ ਠੰਡੇ ਕਿਸ ਤਰੀਕੇ ਨਾਲ ਇਹ ਗਰਮ ਕਰਨ ਤੋਂ ਬਾਅਦ ਇਹਨਾਂ ਦੇ ਹਾਲਾਤ ਕੀ ਆ। ਤੁਸੀਂ ਦੁੱਧ ਵਾਲੋ ਸਰ ਆਪਣਾ ਤੱਤ ਛੱਡਦੇ ਆ, ਸਰੀਰ ਨੂੰ ਫਾਇਦਾ ਹੁੰਦਾ। ਤੁਸੀਂ ਮੱਖਣ ਵਾਲੋ ਉਹਦੇ ਚੋਂ ਦੇਸੀ ਘਿਓ ਨਿਕਲਦਾ, ਤੁਸੀਂ ਮਲਾਈ ਵਾਲੋ ਉਹਦੇ ਵਿੱਚੋਂ ਦੇਸੀ ਘਿਓ ਨਿਕਲਦਾ, ਔਰ ਉਹ ਸਾਡੇ ਸਰੀਰ ਨੂੰ ਜਿਹੜਾ ਹੈਗਾ ਆ ਉਹ ਤਾਕਤ ਦਿੰਦੇ ਆ। ਤੇ ਆਹ ਜਿਹੜਾ ਠੰਡਾ ਪੀਨੇ ਆਪਾਂ, ਪ੍ਰਾਹੁਣੇ ਜਦੋਂ ਘਰ ਜਾਂਦੇ, ਗੈਸਟ ਜਾਂਦੇ ਹੈਗੇ ਆ, ਉਸ ਵੇਲੇ ਜਦੋਂ ਘਰ ਦੇ ਵਿੱਚ ਉਹ ਪਹੁੰਚ ਜਾਂਦੇ ਆ ਤੇ ਆਪਾਂ ਉਹਨਾਂ ਦੇ ਮੂਹਰੇ ਜਦੋਂ ਗਲਾਸ ਭਰ ਕੇ ਰੱਖਦੇ ਆ ਤਾਂ ਅਸੀਂ ਇੱਕ ਕਿਸਮ ਦੀ ਉਹਨਾਂ ਨੂੰ ਜ਼ਹਿਰ ਦੇ ਰਹੇ ਹਾਂ ਪੀਣੇ ਨੂੰ। ਜੇ ਅਸੀਂ ਖੁਦ ਪੀ ਰਹੇ ਹਾਂ ਤਾਂ ਅਸੀਂ ਜ਼ਹਿਰ ਪੀ ਰਹੇ ਹਾਂ, ਜਿਹਨੇ ਸਾਨੂੰ ਹਾਰਟ ਅਟੈਕ ਵੀ ਕਰਨਾ ਹੁੰਦਾ। ਕਿਡਨੀਆਂ ਦੇ ਵਿੱਚ ਇਹਨੇ ਜੰਮਣਾ ਹੁੰਦਾ ਤਾਂ ਕ੍ਰੀਏਟਿਨਾਈਨ ਵੱਧਦੇ ਆ। ਇਹ ਆਂਤੜੀਆਂ ਦੇ ਵਿੱਚ ਜੰਮਣਾ ਹੁੰਦਾ ਤਾਂ ਸਾਨੂੰ ਜਿਹੜੀਆਂ ਆਂਤੜੀਆਂ ਦੀ ਪ੍ਰੋਬਲਮ ਆਉਂਦੀ ਆ। ਜਾਣੀ ਇੱਕ ਆਪਾਂ ਗੱਲ ਕਹਿ ਸਕਦੇ ਹਾਂ, ਵੀਕਨੈਸ ਆਫ ਸਟਮਕ ਇਜ਼ ਸ਼ੂਗਰ। ਤੁਹਾਡੇ ਪੇਟ ਦੀ ਕਮਜ਼ੋਰੀ ਜਿਹੜੀ ਹੈਗੀ ਆ, ਤੁਹਾਡਾ ਡਾਈਜੈਸ਼ਨ, ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਗਿਆ, ਤੁਹਾਨੂੰ ਸ਼ੂਗਰ ਹੋਣੀ ਆ। ਔਰ ਇਹਨਾਂ ਚੀਜ਼ਾਂ ਨੇ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਕਰਤੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਸਾਡੇ ਅੰਦਰ ਜਾ ਕੇ ਇਹਨਾਂ ਨੇ ਇੱਕਦਮ ਸ਼ੂਗਰ ਜਿਹੜੀ ਹੈਗੀ ਆ ਉਹਦਾ ਲੈਵਲ ਵਧਾਉਣਾ ਸ਼ੁਰੂ ਕਰ ਦੇਣਾ। ਇਹਨਾਂ ਤੋਂ ਪਰਹੇਜ਼ ਕਰਨਾ। ਜਾਣੀ ਜਿਹੜੀ ਸ਼ੂਗਰ ਹੈ ਉਹਨੂੰ ਅਗਰ ਆਪਾਂ ਕੰਟਰੋਲ ਕਰਨਾ ਤਾਂ ਤੁਹਾਡਾ ਖਾਣ ਪੀਣ ਜਿਹੜਾ ਹੈਗਾ ਆ ਉਹ ਬਿਲਕੁਲ ਉਹ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਨੁਕਸਾਨ ਨਹੀਂ ਕਰਦਾ। ਸੋ ਜਦੋਂ ਅਸੀਂ ਦਵਾਈ ਦਿੰਦੇ ਆ, ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਉਹ ਵੀ ਤੁਹਾਨੂੰ ਦੱਸਦੇ ਆ, ਕਿਹੜੀਆਂ ਚੀਜ਼ਾਂ ਤੁਸੀਂ ਵੱਧ ਖਾਣੀਆਂ ਉਹ ਵੀ ਤੁਹਾਨੂੰ ਦੱਸੀਆਂ ਜਾਂਦੀਆਂ। ਉਹਦੇ ਨਾਲ ਸਰ ਜਿਹੜੀ ਅਸੀਂ ਦਵਾਈ ਦਿੰਦੇ ਹੈਗੇ ਆ, ਦਵਾਈ ਤੁਸੀਂ ਲਓਗੇ ਤੁਹਾਡਾ ਬਿਲਕੁਲ ਜਿਹੜੀ ਸ਼ੂਗਰ ਹੈਗੀ ਆ ਉਹ ਰਿਵਰਸ ਹੋਣੀ ਸ਼ੁਰੂ ਹੋ ਜਾਊਗੀ। ਜਿਹੜਾ ਪੈਂਕਰੀਆਜ਼ ਹੈ ਉਹ ਤੁਹਾਡਾ ਜਿਹੜਾ ਹੈਗਾ ਜੀ ਬਿਲਕੁਲ ਇੱਕਦਮ ਤੁਹਾਡਾ ਪੈਂਕਰੀਆਜ਼ ਰੀਸਟਾਰਟ ਹੋ ਜਾਏਗਾ, ਇਨਸੂਲਿਨ ਦੀ ਪ੍ਰੋਡਕਸ਼ਨ ਹੋਣੀ ਸ਼ੁਰੂ ਹੋ ਜਾਏਗੀ। ਔਰ ਤੁਸੀਂ ਜਿਹੜੀਆਂ ਗੋਲੀਆਂ ਖਾਂਦੇ ਹੋ ਉਹ ਗੋਲੀਆਂ ਜਿਹੜੀਆਂ ਤੁਹਾਡੇ ਜੀਵਨ ਦੇ ਨਾਲ ਖਿਲਵਾੜ ਕਰਦੀਆਂ, ਕਿਉਂਕਿ ਤੁਹਾਨੂੰ 10-10 ਸਾਲ ਹੋ ਗਏ ਗੋਲੀਆਂ ਖਾਂਦਿਆਂ ਨੂੰ। ਉਹਦਾ ਜਿਹੜਾ ਉਹ ਗੋਲੀਆਂ ਹੈਗੀਆਂ ਆ ਉਹ ਸਿਰਫ ਉਹਦੀ ਡੋਜ਼ ਵਧੀ ਆ। ਤੁਸੀਂ 250 mg ਤੋਂ ਸ਼ੁਰੂ ਕੀਤਾ, ਤੁਸੀਂ 500 mg 1000 mg ਤੁਸੀਂ ਇੱਕ ਗੋਲੀ ਤੋਂ ਸ਼ੁਰੂ ਕੀਤਾ, ਤੁਸੀਂ 2 ਗੋਲੀਆਂ, ਤੁਸੀਂ 4 ਗੋਲੀਆਂ ਤੱਕ ਪਹੁੰਚ ਗਏ, ਲੇਕਿਨ ਸਾਡੀ ਪ੍ਰੋਬਲਮ ਹੱਲ ਨਹੀਂ ਹੋਈ। ਤੇ ਅਸੀਂ ਉਹ ਤੁਹਾਡੀਆਂ ਜਿਹੜੀਆਂ ਗੋਲੀਆਂ ਆ ਉਹਨਾਂ ਤੋਂ ਤੁਹਾਡਾ ਖਹਿੜਾ ਛਡਾਉਣਾ। ਦੇਖੋ ਮੈਂ ਇੱਕ ਗੱਲ ਤੁਹਾਨੂੰ ਇੱਕ ਹੋਰ ਦੱਸਾਂ, ਇੱਥੇ ਸ਼ੂਗਰ ਆਈ ਨੂੰ ਬਹੁਤ ਲੰਬਾ ਸਮਾਂ ਨਹੀਂ ਹੋਇਆ ਸਾਡੇ ਦੇਸ਼ ਦੇ ਵਿੱਚ, ਲਗਭਗ ਸਨ 1998-2000 ਦੇ ਵਿੱਚ ਆਈ ਹੈ। ਮੰਨ ਲਓ 20 ਤੋਂ 25 ਸਾਲ ਹੋਏ ਆ। 20 ਤੋਂ 25 ਸਾਲ ਦੇ ਵਿੱਚ ਇੰਡੀਆ ਦੇ ਵਿੱਚ ਟਾਈਪ 2 ਸ਼ੂਗਰ ਵਧੀ ਆ। ਔਰ ਇਹਨਾਂ 25 ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜਾ 25 ਸਾਲ ਪਹਿਲਾਂ ਬੰਦਾ ਸ਼ੂਗਰ ਦਾ ਮਰੀਜ਼ ਹੋਇਆ ਸੀ, ਜਿਹੜੇ ਉਹਨਾਂ ਦੇ ਘਰ 'ਚ ਬੱਚੇ ਪੈਦਾ ਹੋਏ ਆ, ਉਹਨਾਂ ਨੂੰ ਵੀ ਸ਼ੂਗਰ ਹੋਈ। ਉਹ ਜਨਮਜਾਤ ਸ਼ੂਗਰ ਹੈ, ਟਾਈਪ 1 ਸ਼ੂਗਰ ਆ। ਲੇਕਿਨ ਉਹਨਾਂ 25 ਸਾਲਾਂ ਦੇ ਵਿੱਚ 100 ਮਿਲੀਅਨ ਲੋਕ ਇੰਡੀਆ ਦੇ ਜਿਹੜੇ ਹੈਗੇ ਆ ਉਹ ਜਾ ਰਹੇ ਆ, ਉਹ ਜਿਹੜੇ ਡਾਇਬਟਿਕ ਹੋ ਗਏ ਆ, ਹੈ ਨਾ। 136 ਮਿਲੀਅਨ ਜਿਹੜੇ ਹੈਗੇ ਆ ਪ੍ਰੀ ਬਾਇਓਟਿਕ ਇੱਥੇ ਆਪਾਂ ਘੁੰਮ ਰਹੇ ਹਾਂ। ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਦੇਖਣੀ ਆ ਸਰ, ਵੀ ਇਹ ਲੋਕ ਜਿਹੜੇ ਇਹਨਾਂ ਦੇ ਘਰ ਆਉਣ ਵਾਲੇ 25 ਸਾਲਾਂ 'ਚ ਬੱਚੇ ਪੈਦਾ ਹੋਣੇ, ਉਹ ਬੱਚੇ ਜਿਹੜੇ ਹੈਗੇ ਆ ਉਹ ਕੌਣ ਹੋਣਗੇ?
ਉਹ ਡਾਇਬਟਿਕ ਹੋਣਗੇ ਔਰ ਟਾਈਪ 1 ਡਾਇਬਟਿਕ ਹੋਣਗੇ, ਕਿਉਂਕਿ ਉਹਨਾਂ ਨੂੰ ਜਨਮ ਜਾਤ ਮਿਲਣੇ ਆ। ਔਰ ਸਰ ਇਹ ਦੇਖਣ ਵਾਲੀ ਗੱਲ ਆ ਵੀ ਇਲਾਜ ਜਿਹੜਾ ਹੈਗਾ ਉਹ ਸਿਰਫ ਟਾਈਪ 2 ਦਾ ਹੈ, ਟਾਈਪ 1 ਦਾ ਨਹੀਂ ਹੈ। ਜਿਨ੍ਹਾਂ ਨੂੰ ਜਨਮ ਜਾਤ ਹੈ ਉਹਨਾਂ ਨੂੰ ਤਾਂ ਪੈਂਕਰੀਆਸ ਹੀ ਕੰਮ ਨਹੀਂ ਕਰ ਰਿਹਾ। ਸੋ ਸ਼ੂਗਰ ਜਿਹੜੀ ਹੈਗੀ ਆ ਉਹਦੇ ਉੱਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਖੜੀਆਂ, ਕਿਉਂਕਿ ਜਿਹਨੂੰ 5-10 ਸਾਲ ਦੇ ਬੱਚੇ ਨੂੰ ਅਗਰ ਸ਼ੂਗਰ ਜਿਹੜੀ ਹੈਗੀ ਆ ਜਨਮ ਜਾਤ ਹੁੰਦੀ ਆ ਤਾਂ ਉਹ 40 ਸਾਲ ਦੀ ਉਮਰ ਨਹੀਂ ਟੱਪ ਪਾਉਂਦਾ। ਕਿੱਦਾਂ ਆਪਾਂ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਉਹਨੂੰ ਕਿੱਥੇ ਦੇਖ ਰਹੇ ਹਾਂ, ਹੈ ਨਾ। ਕੁਦਰਤ ਜਿਹੜੀ ਹੈਗੀ ਆ ਉਹਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਖਾਣ ਨੂੰ। ਆਪਾਂ ਜਿਹੜਾ ਮੈਨ ਪ੍ਰੋਸੈਸਡ ਫੂਡ ਹੈਗਾ ਆ ਜਿਹੜਾ ਸਾਨੂੰ ਸਿਰਫ ਡੈਡ એનર્ਜੀ ਦਿੰਦਾ, ਉਹਦੇ ਵਿੱਚੋਂ ਬਾਹਰ ਨਿਕਲਣਾ ਹੈ ਸਰ। ਜਿਹੜੀਆਂ ਕੁਦਰਤੀ ਚੀਜ਼ਾਂ ਹੈਗੀਆਂ ਆ, ਦੇਖੋ 5-6 ਫਰੂਟਾਂ ਦੀ ਆਪਾਂ ਗੱਲ ਕੀਤੀ ਆ, ਸਿਰਫ ਇਹ ਨੁਕਸਾਨ ਕਰਦੇ, ਬਾਕੀ ਦੇ ਸਾਰੇ ਫਰੂਟ ਖਾ ਸਕਦੇ ਆ। ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਕੰਟੀਨਿਊ ਖਾ ਸਕਦੇ ਆ ਔਰ ਜਿੰਨੀਆਂ ਮਰਜ਼ੀ ਖਾ ਸਕਦੇ ਆ, ਸਾਡੀ ਸ਼ੂਗਰ ਨਹੀਂ ਵੱਧਦੀ ਹੈ। ਦਵਾਈ ਦੀ ਜਿਹੜੀ ਗੱਲ ਹੈਗੀ ਆ ਸਰ, ਇੱਕ ਅਸੀਂ ਹਰਬੋ ਮਿਨਰਲ ਦੇਸੀ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਇੱਕ ਇਹ ਦਵਾਈ ਤਿਆਰ ਕੀਤੀ ਆ। ਇਹ ਦਵਾਈ ਤੁਹਾਡੇ ਪੈਂਕਰੀਆਸ ਨੂੰ ਰੀਸਟਾਰਟ ਕਰੇਗੀ, ਰੀਜਨਰੇਟ ਕਰੇਗੀ ਤੁਹਾਡੇ ਬੀਟਾ ਸੈੱਲ ਨੂੰ, ਉਹਨੂੰ ਤਾਕਤ ਦੇਗੀ, ਸਟਰੋਂਗ ਬਣਾਏਗੀ ਔਰ ਉਹ ਪ੍ਰੋਡਕਸ਼ਨ ਜਿਹੜੀ ਹੈਗੀ ਆ ਇਨਸੂਲਿਨ ਦੀ ਦੁਬਾਰਾ ਹੋਣੀ ਸ਼ੁਰੂ ਹੋ ਜਾਣੀ ਆ। ਔਰ ਇਹਦੇ ਨਾਲ ਨਾਲ ਜਿੰਨੇ ਵੀ ਫੈਟ ਤੁਹਾਡੇ ਅਗਨਾਸ਼ਯ ਤੇ ਪੈਂਕਰੀਆਸ ਤੇ ਬੀਟਾ ਸੈੱਲ ਦੇ ਦੁਆਲੇ ਜਿੰਨੇ ਫੈਟੀ ਸੈੱਲ ਜਿਹੜੇ ਹੈਗੇ ਆ ਇਕੱਠੇ ਹੋ ਗਏ, ਉਹਨਾਂ ਫੈਟੀ ਸੈੱਲ ਨੂੰ ਖਤਮ ਕਰਕੇ ਤੁਹਾਡੀ ਫੈਟ ਜਿਹੜੀ ਹੈਗੀ ਆ ਬੋਡੀ ਦੀ ਉਹਨੂੰ ਖਤਮ ਕਰਨਾ ਸ਼ੁਰੂ ਕਰ ਦੇਣਾ। ਔਰ ਨਾਲ ਜਿਹੜਾ ਹੈਗਾ ਤੁਹਾਡੇ ਪੈਂਕਰੀਆਸ ਦੇ ਉੱਤੇ ਜਿਹੜੀ ਫੈਟ ਜੰਮੀ ਆ ਉਹਨੂੰ ਇਹਨੇ ਖਤਮ ਕਰਨਾ ਸ਼ੁਰੂ ਕਰ ਦੇਣਾ ਔਰ ਤੁਹਾਡਾ ਅਗਨਾਸ਼ਯ ਬਿਲਕੁਲ ਨਾਰਮਲ ਹੋ ਜਾਏਗਾ। ਔਰ ਇਹਨੇ ਤੁਹਾਡੇ ਪਾਚਨ ਤੰਤਰ ਨੂੰ ਬਿਲਕੁਲ ਦਰੁਸਤ ਕਰਨਾ ਸ਼ੁਰੂ ਕਰ ਦੇਣਾ, ਕਿਉਂਕਿ ਜੇ ਤੁਹਾਨੂੰ ਡਾਈਜੈਸਟ ਹੋਏਗੀ ਕੋਈ ਚੀਜ਼ ਖਾਧੀ ਹੋ ਤਾਂ ਹੀ ਉਹਦੇ ਵਿੱਚੋਂ ਗਲੂਕੋਜ਼ એનર્ਜੀ ਜੋ ਵੀ ਨਿਕਲਣਾ ਉਹ ਨਿਕਲੇਗਾ। ਕਿਉਂਕਿ ਜਦੋਂ ਤੁਹਾਡਾ ਡਾਈਜੈਸਟ ਖਤਮ ਹੁੰਦਾ ਹੈ, ਡਾਈਜੈਸਟਿਵ ਸਿਸਟਮ ਜਿਹੜਾ ਹੈਗਾ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ, ਉਸੇ ਵੇਲੇ ਪ੍ਰੋਬਲਮਾਂ ਦੀ ਜੜ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਿਹੜਾ ਆਪਾਂ ਖਾਣਾ ਖਾਂਦੇ ਹਾਂ, ਖਾਣਾ ਉਹਨੂੰ 2 ਭਾਗਾਂ 'ਚ ਵੰਡ ਲਓ ਤੁਸੀਂ। ਜਿਹੜਾ ਆਪਾਂ ਖਾਣਾ ਖਾਂਦੇ, ਜਿਹੜਾ ਸਾਨੂੰ ਪ੍ਰੋਪਰ ਹਜ਼ਮ ਹੋ ਗਿਆ, ਪਚ ਗਿਆ ਸਾਨੂੰ ਖਾਣਾ, ਉਹਦੇ ਵਿੱਚੋਂ ਸਰ ਰਸ, ਰਕਤ, ਮਾਸ, ਮੇਦ, ਅਸਥੀ, ਮੱਝਾ, ਸ਼ੁਕਰ ਜਿਹੜੀਆਂ ਸਾਡੇ ਸਰੀਰ ਨੂੰ ਧਾਤੂਆਂ ਚਾਹੀਦੀਆਂ ਉਹ ਨਿਕਲਦੀਆਂ। ਜਿਹੜਾ ਖਾਣਾ ਸਾਨੂੰ ਨਹੀਂ ਡਾਈਜੈਸਟ ਹੁੰਦਾ, ਨਹੀਂ ਪਚਦਾ, ਉਹਦੇ ਵਿੱਚੋਂ ਸਰ ਆਮ ਰਸ ਨਿਕਲਦਾ। ਆਮ ਰਸ ਹੁੰਦਾ ਐਸਿਡ, ਉਸ ਐਸਿਡ ਨੇ ਤੁਹਾਡੀ ਸ਼ੂਗਰ ਬਣਾਉਣੀ ਹੈ, ਉਸ ਐਸਿਡ ਨੇ ਤੁਹਾਡਾ TG ਵੀ ਵਧਾਉਣਾ, ਤੁਹਾਡਾ ਕੋਲੈਸਟਰੋਲ ਵੀ ਵਧਾਉਣਾ ਹੈਗਾ, ਯੂਰਿਕ ਐਸਿਡ ਵੀ ਵਧਾਉਣਾ ਹੈਗਾ ਉਸ ਐਸਿਡ ਨੇ। ਮੰਨ ਲਓ ਇਸ ਦਵਾਈ ਨੇ ਤੁਹਾਡਾ ਪਾਚਨ ਤੰਤਰ ਆ ਜਿਹੜਾ ਉਹਨੂੰ ਵੀ ਦਰੁਸਤ ਕਰਨਾ, ਤਾਂ ਕਿ ਤੁਹਾਡੇ ਸਰੀਰ ਦੇ ਵਿੱਚੋਂ ਜਿਹੜਾ ਆਮ ਰਸ ਆ ਉਹਦੀ ਮਾਤਰਾ ਬਿਲਕੁਲ ਘਟ ਜਾਏ ਔਰ ਜਿਹੜੇ ਰਸ ਨਿਕਲਦੇ ਆ, ਜਿੰਨੀਆਂ ਮਗਰ ਧਾਤੂਆਂ ਸਾਡੇ ਸਰੀਰ ਦੀਆਂ 7 ਹੈਗੀਆਂ ਆ, ਉਹ ਪ੍ਰੋਪਰ ਨਿਕਲਣੀਆਂ ਸ਼ੁਰੂ ਹੋਣ ਖਾਣੇ ਦੇ ਵਿੱਚੋਂ। ਤੁਸੀਂ ਜਿਹੜਾ ਖਾਣਾ ਖਾ ਰਹੇ ਹੋ ਉਹਦੇ ਵਿੱਚ ਤੁਹਾਨੂੰ ਪੌਸ਼ਟਿਕ ਤੱਤ ਮਿਲਣ ਔਰ ਉਹ ਤੁਹਾਡੀ ਜਿਹੜੀ ਹੈਗੀ ਆ ਤੰਦਰੁਸਤੀ ਬਰਕਰਾਰ ਹੋਵੇ। ਹਾਂ, ਲੇਕਿਨ ਇਸ ਦਵਾਈ ਦੀ ਮੈਂ ਇੱਕ ਗੱਲ ਜ਼ਰੂਰ ਦੱਸਦਾ ਕਿ ਦਵਾਈ ਖਾਣ ਦੇ ਵਿੱਚ ਕੌੜੀ ਬਹੁਤ ਆ ਇਹ ਦਵਾਈ ਆ। ਕਿਉਂਕਿ ਦੇਖੋ ਬਰਫੀ ਜਿਹੜੀ ਆ ਉਹਨੇ ਸਾਨੂੰ ਬਿਮਾਰ ਕਰਨਾ, ਰਸਗੁੱਲੇ, ਮਿੱਠੀਆਂ ਚੀਜ਼ਾਂ ਨੇ ਸਾਨੂੰ ਬਿਮਾਰ ਕਰਨਾ, ਲੇਕਿਨ ਇਹ ਜਿਹੜੀ ਦਵਾਈ ਆ, ਇਹ ਦਵਾਈ ਦੇਸੀ ਜੜੀ ਬੂਟੀਆਂ ਦੀ ਜਿਹੜਾ ਕੁਦਰਤ ਦਾ ਨਾਯਾਬ ਖਜ਼ਾਨਾ ਆ ਉਹਦੇ ਵਿੱਚੋਂ ਲਈਆਂ ਗਈਆਂ। ਇਹਦੇ ਵਿੱਚ ਜੜੀ ਬੂਟੀਆਂ ਦੇ ਅਰਕ ਪਾਏ ਹੋਏ ਆ ਜਿਹਨੇ ਤੁਹਾਡੀ ਸ਼ੂਗਰ ਨੂੰ ਰਿਵਰਸ ਕਰ ਦੇਣਾ ਹੈਗਾ ਔਰ ਬਿਲਕੁਲ ਤੁਸੀਂ ਸਾਡੇ ਮੁਤਾਬਕ ਚੱਲੋਗੇ, ਸਾਡੇ ਮੁਤਾਬਕ ਆਪਣਾ ਦਿਨਚਰਿਆ ਕਰੋਗੇ, ਤੁਸੀਂ ਖਾਣ ਪੀਣ ਸੈੱਟ ਕਰ ਲਿਆ। ਇੱਕ ਗੱਲ ਹੋਰ, ਸਾਡੇ ਕੋਲ ਉਹੀ ਲੋਕ ਆਉਣ ਜਿਹੜੇ ਠੀਕ ਹੋਣਾ ਚਾਹੁੰਦੇ, ਜਿਹੜੇ ਟਾਈਮ ਪਾਸ ਕਰਨਾ ਚਾਹੁੰਦੇ, ਪਹਾੜੇ ਤੇ ਲੱਗਣਾ ਚਾਹੁੰਦੇ ਆ, ਵੀ ਅਸੀਂ ਦਵਾਈ ਵੀ ਖਾ ਰਹੇ ਹਾਂ, ਗੋਲੀ ਵੀ ਖਾ ਰਹੇ ਹਾਂ, ਠੰਡੇ ਵੀ ਪੀ ਰਹੇ ਹਾਂ, ਬਰਫੀਆਂ ਵੀ ਖਾ ਰਹੇ, ਉਹ ਨਾ ਆਉਣ ਸਾਡੇ ਕੋਲ, ਠੀਕ ਹੈ, ਕਿਉਂਕਿ ਉਹਨਾਂ ਨੇ ਠੀਕ ਨਹੀਂ ਹੋਣਾ ਹੈ। ਜਾਨੀ ਜੀਭ ਔਰ ਰੀਝ ਇੱਥੇ ਕੰਟਰੋਲ ਕਰਨਾ ਪਏਗਾ। ਤੁਹਾਨੂੰ 2 ਚੀਜ਼ਾਂ ਜਿਹੜੀਆਂ ਹੈਗੀਆਂ, ਆਪਣਾ ਰੂਟੀਨ ਚੇਂਜ ਕਰਨਾ ਪਏਗਾ, ਲਾਈਫ ਸਟਾਈਲ ਚੇਂਜ ਕਰਨਾ ਪਏਗਾ, ਤੁਹਾਨੂੰ ਸੈਰ ਕਰਨੀ ਪਏਗੀ, ਤੁਹਾਨੂੰ ਐਕਸਰਸਾਈਜ਼ ਕਰਨੀਆਂ ਪੈਣਗੀਆਂ, ਜੀਭ ਤੇ ਕੰਟਰੋਲ ਕਰਨਾ ਪਏਗਾ, ਫਾਇਦੇਮੰਦ ਚੀਜ਼ਾਂ ਵੱਧ ਖਾਣੀਆਂ, ਨੁਕਸਾਨ ਵਾਲੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ, ਤਾਂ ਹੀ ਤੁਸੀਂ ਠੀਕ ਹੋ ਸਕਦੇ ਹੋ। ਔਰ ਤੁਹਾਡੇ ਲਈ ਠੀਕ ਹੋਣਾ ਇਸ ਕਰਕੇ ਜ਼ਰੂਰੀ ਆ ਤਾਂ ਕਿ ਤੁਹਾਡੀ ਆਉਣ ਵਾਲੀ ਨਸਲ, ਆਉਣ ਵਾਲੀ ਜਨਰੇਸ਼ਨ ਠੀਕ ਰਹੇ। ਨਹੀਂ ਤਾਂ ਉਹ ਜਿਹੜੇ ਪੈਦਾ ਹੋਣੇ ਆ ਉਹ ਜਿਹੜੇ ਟਾਈਪ 1 ਵਾਲੇ ਹੋਣੇ ਆ, ਯਾਦ ਰੱਖਿਓ ਟਾਈਪ 1 ਦਾ ਕੋਈ ਇਲਾਜ ਨਹੀਂ ਹੈ ਜੀ। ਅੱਛਾ, ਤੇ ਡਾਕਟਰ ਸਾਹਿਬ ਫਿਰ ਜਿਹੜਾ ਇਹ ਚੀਜ਼ ਹੈਗੀ ਹੈ ਤੁਸੀਂ ਇਹ ਬਣਾਈ ਹੈਗੀ ਹੈ, ਕਿੰਨੇ ਕੁ ਟਾਈਮ ਦੇ ਵਿੱਚ ਜਿਹੜੀ ਆਮ ਰੂਟੀਨ ਇਹ ਜਿਹੜਾ ਤੁਹਾਡਾ ਕੌੜਾ ਅਸੀਂ ਕਹਿ ਲਈਏ ਕਿ ਜਿਹੜਾ ਤੁਸੀਂ ਆਰਡਰ ਤਿਆਰ ਕੀਤਾ, ਕੌੜੇ ਦਾ ਸਰ ਹੱਲ ਕੀਤਾ ਹੋਇਆ ਸੀ। ਕਿਉਂਕਿ ਆਮ ਤੌਰ ਤੇ ਨਾ ਲੋਕ ਕੌੜੀ ਚੀਜ਼ ਖਾਣੇ, ਹੁਣ ਤਾਂ ਕਨੈਣ ਦੀ ਗੋਲੀ ਵੀ ਮਿੱਠੀ ਆਉਣ ਲੱਗ ਪਈ, ਉਹਨੂੰ ਵੀ ਸ਼ੂਗਰ ਕੋਟਡ ਕਰ ਦਿੱਤਾ। ਸੋ ਅਸੀਂ ਇਹ ਕੌੜੀ ਦਵਾਈ ਜਿਹੜੀ ਹੈਗੀ ਆ ਇਹਨਾਂ ਨੂੰ ਕੈਪਸੂਲਾਂ ਦੇ ਵਿੱਚ ਅਸੀਂ ਭਰ ਦਿੱਤਾ ਤਾਂ ਕਿ ਕਿਸੇ ਨੂੰ ਖਾਣ ਦੇ ਵਿੱਚ ਵੀ ਤੰਗੀ ਨਾ ਆਵੇ। ਹਾਂ, ਜਿਹੜਾ ਕੋਈ ਕੌੜੀ ਖਾ ਸਕਦਾ ਅਸੀਂ ਉਹਨੂੰ ਪਾਊਡਰ ਵੀ ਦੇ ਸਕਦੇ ਹਾਂ,
ਅਦਰਵਾਈਜ਼ ਅਸੀਂ ਇਸੇ ਪਾਊਡਰ ਨੂੰ ਕੈਪਸੂਲਾਂ ਦੇ ਵਿੱਚ ਭਰ ਦਿੱਤਾ ਹੈਗਾ। ਉਹ ਕੈਪਸੂਲ ਜਿਹੜੇ ਆਸਾਨੀ ਨਾਲ ਖਾਧੇ ਜਾ ਸਕਦੇ ਆ ਤੇ ਇਹ ਤਾਂ ਨਹੀਂ ਹੋਊਗਾ ਵੀ ਦੂਸਰੀ ਗੋਲੀ ਛੱਡ ਕੇ ਤੁਹਾਡੇ ਕੈਪਸੂਲਾਂ ਤੇ ਲੱਗ ਗਿਆ ਬੰਦਾ? ਨਹੀਂ ਸਰ, ਦੇਖੋ ਕੈਮੀਕਲ ਦੇ ਵਿੱਚ ਔਰ ਕੁਦਰਤ ਦੀ ਚੀਜ਼ ਦੇ ਵਿੱਚ ਇਹੀ ਤਾਂ ਡਿਫਰੈਂਸ ਹੈ, ਇਹੀ ਤਾਂ ਫਰਕ ਹੈ। ਤੁਸੀਂ ਚਾਹ ਛੱਡਣੀ ਚਾਹੋ ਤਾਂ ਤੋਂ ਛੱਡ ਨਹੀਂ ਹੁੰਦੀ। ਤੁਸੀਂ ਦੁੱਧ ਪੀ ਰਹੇ ਹੋ ਜਾਂ ਤੁਸੀਂ ਲੱਸੀ ਪੀ ਰਹੇ ਹੋ, ਹੈ ਨਾ, ਤੁਸੀਂ ਸਾਲ ਲਗਾਤਾਰ ਪੀ ਲਓ, ਸਾਲ ਬਾਅਦ ਕਹੋ ਮੈਂ ਅੱਜ ਤੋਂ ਬਾਅਦ ਲੱਸੀ ਨਹੀਂ ਪੀਣੀ, ਤੁਹਾਡੇ ਸਰੀਰ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਹੈ। ਲੇਕਿਨ ਤੁਸੀਂ ਚਾਹ ਛੱਡ ਕੇ ਚਾਹ ਛੱਡਦੇ ਹੋ, ਤੁਹਾਡਾ ਸਿਰ ਦੁਖਦਾ, ਤੁਹਾਡੇ ਸਰੀਰ 'ਚ ਦਰਦਾਂ ਵੀ ਹੁੰਦੀਆਂ, ਕਿਉਂਕਿ ਆਰਟੀਫੀਸ਼ੀਅਲ ਚੀਜ਼। ਚਲੋ ਅਗਲੀ ਵਾਰ ਤੁਹਾਡੇ ਕੋਲ ਇਹ ਵੀ ਨੁਸਖਾ ਅਸੀਂ ਲਵਾਂਗੇ, ਗੱਲਾਂ ਤੁਸੀਂ ਦੱਸਤਾ ਕਿ ਤੁਸੀਂ ਚਾਹ ਵੀ ਛਡਾ ਸਕਦੇ ਹਾਂ ਬਿਲਕੁਲ, ਚਾਹ ਵੀ ਛਡਾ ਸਕਦੇ ਹਾਂ ਜੀ। ਜੀ। ਤੇ ਇਹ ਕੈਪਸੂਲ ਜਿਹੜੇ ਹੈਗੇ ਆ, ਇਹ ਉਹ ਲੋਕ ਖਾ ਸਕਦੇ ਆ ਜਿਨ੍ਹਾਂ ਨੂੰ ਦਵਾਈ ਕੌੜੀ ਜ਼ਿਆਦਾ ਲੱਗਦੀ ਆ, ਉਹ ਕੌੜੀ ਦਵਾਈ ਨਹੀਂ ਖਾਣਾ ਚਾਹੁੰਦੇ। ਕੈਪਸੂਲ ਨੇ ਤੁਹਾਡੀ ਸਮੱਸਿਆ ਵੀ ਹੱਲ ਕਰ ਦੇਣੀ। ਤੁਹਾਡਾ ਸਵਾਲ ਸੀਗਾ ਵੀ ਕਿੰਨਾ ਕੁ ਚਿਰ ਦਵਾਈ ਖਾਣੀ ਪਏਗੀ। ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ। ਦਵਾਈ ਨੇ ਤੁਹਾਡੀ ਸਹਾਇਤਾ ਕਰਨੀ ਹੈ, ਦਵਾਈ ਨੇ ਆਪਣਾ ਕੰਮ ਕਰਨਾ ਹੈ, ਪੈਂਕਰੀਆਜ਼ ਨੂੰ ਰੀਐਕਟਿਵ ਕਰਨੇ ਦਾ, ਰੀਸਟਾਰਟ ਕਰਨ ਦਾ, ਫੈਟ ਰਿਡਿਊਸ ਕਰਨੀ ਹੈਗੀ ਆ ਤੁਹਾਡੇ ਸਰੀਰ ਦੇ ਵਿੱਚੋਂ, ਤੁਹਾਡੇ ਨੇ ਪਾਚਨ ਤੰਤਰ ਨੂੰ ਦਰੁਸਤ ਕਰਨਾ ਹੈਗਾ। ਇਹ ਦਵਾਈ ਦਾ ਕੰਮ ਆ। ਬਾਕੀ ਜਿਹੜੀ ਜ਼ਿੰਮੇਵਾਰੀ ਉਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਹੈਗੀ ਆ ਵੀ ਤੁਸੀਂ ਮਿੱਠਾ ਬੰਦ ਕਰਨਾ ਹੈ, ਤੁਸੀਂ ਬਾਜ਼ਾਰ ਦੀਆਂ ਤਲੀਆਂ ਫਲੀਆਂ ਮੈਦੇ ਵਾਲੀਆਂ ਚੀਜ਼ਾਂ, ਪੈਕੇਜਡ ਫੂਡ ਤੁਸੀਂ ਬੰਦ ਕਰਨਾ ਹੈ। ਜਿੰਨਾ ਕਾਰਬੋਹਾਈਡਰੇਟ ਵਾਲਾ ਭੋਜਨ ਹੈ ਉਹਨੂੰ ਜਿੰਨਾ ਆਪਾਂ ਆਪਣੀ ਲਾਈਫ ਦੇ ਵਿੱਚੋਂ ਘੱਟ ਕਰ ਲਵਾਂਗੇ, ਨੋਰਮਲ ਅਨਾਜ ਆ ਜਿਹੜਾ, ਮਿਲਟਸ ਤੇ ਆ ਜਾਵਾਂਗੇ, ਜ਼ਿਆਦਾ ਖਾਵਾਂਗੇ ਆਪਾਂ। ਉਹ ਚੀਜ਼ਾਂ ਜਿਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਬਿਲਕੁਲ ਲੋ ਹੈਗਾ, ਉਹ ਚੀਜ਼ਾਂ ਵੱਧ ਖਾਵਾਂਗੇ। ਉਹ ਤੁਹਾਨੂੰ ਅਸੀਂ ਦੱਸ ਦੇਣਾ ਸਾਰਾ ਕੁਝ ਵੀ ਕਿਹੜੀ ਚੀਜ਼ ਕੀ ਹੈਗਾ, ਕਿਹੜੀ ਚੀਜ਼ ਨੁਕਸਾਨ ਵਾਲੀ ਆ, ਕਿਹੜੀ ਫਾਇਦੇਮੰਦ, ਸਾਰਾ ਕੁਝ ਦੱਸਾਂਗੇ। ਉਹ ਤੁਸੀਂ ਨਾਲ ਲਓਗੇ ਤਾਂ ਕੁਝ ਮਹੀਨਿਆਂ ਦੀ ਗੱਲ ਆ ਜੀ ਵੀ ਤੁਹਾਡੀ ਪ੍ਰੋਬਲਮ ਜਿਹੜੀ ਹੈਗੀ ਆ ਇਹ ਠੀਕ ਹੋ ਜਾਏ। ਜੀ। ਅੱਛਾ ਡਾਕਟਰ ਸਾਹਿਬ, ਜੇਕਰ ਤੁਹਾਨੂੰ ਮਿਲਣਾ ਹੋਵੇ ਤੁਸੀਂ ਕਿਸ ਵੇਲੇ ਮਿਲਦੇ ਹੋ ਫਗਵਾੜੇ ਦੇ ਵਿੱਚ ਔਰ ਕਿੱਥੇ ਬੈਠੇ? ਸਰ ਫਗਵਾੜੇ ਦੇ ਵਿੱਚ ਸਾਡਾ ਗ੍ਰੇਟ ਪਾਥ ਆਯੁਰਵੇਦ ਹੈ ਜੀ। ਲੁਧਿਆਣਾ ਔਰ ਜਲੰਧਰ ਦੇ ਵਿਚਕਾਰ ਇਹ ਸ਼ਹਿਰ ਪੈਂਦਾ ਹੈ ਜੀ ਫਗਵਾੜਾ, ਬਿਲਕੁਲ ਨੈਸ਼ਨਲ ਹਾਈਵੇ ਤੇ ਆ। ਦਿੱਲੀ ਤੋਂ ਅੰਮ੍ਰਿਤਸਰ ਵਾਲਾ ਜਿਹੜਾ ਰੋਡ ਹੈਗਾ, ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਇੱਕ ਖੇੜਾ ਰੋਡ ਹੈ ਜੀ। ਬੱਸ ਸਟੈਂਡ ਤੋਂ ਜਦੋਂ ਆਪਾਂ ਲੁਧਿਆਣੇ ਵਾਲੇ ਪਾਸੇ ਨੂੰ ਜਾਂਦੇ ਆ, ਤੇ ਬੰਗਾ ਚੌਂਕ ਹੈ, ਗੋਲ ਚੌਂਕ, ਉੱਥੋਂ ਰਾਸਤਾ ਜਾਂਦਾ ਹੈ ਜੀ ਖੇੜੇ ਪਿੰਡ ਨੂੰ। ਬੜਾ ਮਸ਼ਹੂਰ ਹੈ, ਪੁਰਾਣਾ ਫਗਵਾੜਾ ਜਿਹੜਾ ਆ ਉਹ ਸਾਰਾ ਖੇੜਾ ਰੋਡ ਤੇ ਹੀ ਸੀਗਾ। ਤੇ ਖੇੜਾ ਰੋਡ ਤੇ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਜੀ ਉਹਦੇ ਬਿਲਕੁਲ ਨਾਲ ਬੈਠੇ ਹਾਂ। ਅਸੀਂ ਗੁਰਦੁਆਰਾ ਸਾਹਿਬ ਕ੍ਰੋਸ ਨਹੀਂ ਕਰਨਾ ਹੈ, ਉਸ ਤੋਂ ਪਹਿਲਾਂ ਹੀ ਅਸੀਂ ਹੈਗੇ ਹਾਂ ਗ੍ਰੇਟ ਪਾਥ ਆਯੁਰਵੇਦ ਦਾ। ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ ਅਸੀਂ ਰੋਜ਼ਾਨਾ ਮਿਲਦੇ ਹਾਂ ਜੀ, ਕੋਈ ਛੁੱਟੀ ਨਹੀਂ ਹੁੰਦੀ। ਤੁਸੀਂ ਕਾਲ ਵੀ ਕਰ ਸਕਦੇ ਹੋ 70870 76592 95786 98000। ਇਹ ਸਾਡੇ ਫੋਨ ਨੰਬਰ ਹੈਗੇ ਆ। ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਤੁਸੀਂ ਸਾਡੇ ਕੋਲ ਆ ਵੀ ਸਕਦੇ ਹੋ। ਤੁਹਾਨੂੰ ਪ੍ਰੋਪਰ ਡਾਈਟ ਚਾਰਟ ਦੇ ਕੇ ਕੀ ਖਾਣਾ ਕੀ ਨਹੀਂ ਖਾਣਾ, ਤੇ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਟਾਈਪ 2 ਸ਼ੂਗਰ ਜਿਹੜੀ ਹੈਗੀ ਆ ਉਹਨੂੰ ਜੜ ਤੋਂ ਖਤਮ ਕਰ